ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਤਿਨਾਂ ਦੇ ਪਵਿੱਤਰ ਸਥਾਨ ਉੱਪਰ ਕਲਯੁਗ ਕੇ ਬੋਹਿਥ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਸੰਗ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਵਿਚਾਰ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਹੋਏ, ਮਿਹਰ ਕਰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਉਸਤਤ ਸਿਫਤ ਸਲਾਹ ਕਰ ਰਹੇ ਹਨ ਔਰ ਸਾਨੂੰ ਸਾਰਿਆਂ ਨੂੰ ਪਵਿੱਤਰ ਉਪਦੇਸ਼ ਦੇ ਰਹੇ ਨੇ ਕਿ ਉਸ ਵਾਹਿਗੁਰੂ ਜੀ ਦੀ ਜਿਹੜੀ ਸਿਫਤ ਹੈ, ਸਲਾਹ ਹੈ, ਉਹ ਪ੍ਰੇਮ ਸਤਿਕਾਰ ਦੇ ਨਾਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਤਾਂ ਆਪ ਸਾਰੀਆਂ ਸੰਗਤਾਂ ਕਿਰਪਾ ਕਰਦੇ ਹੋਏ ਪਾਵਨ ਪਵਿੱਤਰ ਵਿਚਾਰ ਸ਼ਰਵਣ ਕਰਨ ਦਾ ਯਤਨ ਕਰਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਨੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਮੋ ਚੰਦਰ ਚੰਦਰੇ। ਹੇ ਅਕਾਲ ਪੁਰਖ ਜੀ, ਆਪ ਜੀ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਹੋ, ਕਿਉਂਕਿ ਚੰਦ ਧਾਤੂ ਜਿਹੜੀ ਹੈ ਸੰਸਕ੍ਰਿਤ ਦੀ, ਇਹਦਾ ਅਰਥ ਹੈ ਪ੍ਰਕਾਸ਼, ਤੇ ਪੰਜਾਬੀ ਦੇ ਵਿੱਚ ਆਪਾਂ ਚੰਦਰਮਾ ਕਹਿ ਦਿੰਦੇ ਆ। ਅਰਥ ਹੋਰ ਵੀ ਬੜੇ ਨੇ, ਚੰਦਰਾ ਕਹਿ ਦਿੰਦੇ ਆ, ਦੁਖਦਾਈ ਕਹਿ ਦਿੰਦੇ ਆ। ਚੰਦਰਾ ਭਾਵ ਖੋਟਾ ਪੁਰਸ਼। ਮਹਾਂਪੁਰਸ਼ਾਂ ਨੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਪਰ ਨਿਚੋੜ ਤੇ ਇਹ ਹੈ ਵੀ ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਮੱਛੀ ਸਮੁੰਦਰ ਦਾ ਆਨੰਦ ਤੇ ਮਾਣ ਸਕਦੀ ਹੈ ਜਿੰਨਾ ਡੂੰਘਾਈ 'ਚ ਜਾਵੇ, ਪਰ ਅੰਤ ਨਹੀਂ ਪਾ ਸਕਦੀ। ਅਸਮਾਨ ਦੇ ਵਿੱਚ ਪੰਛੀ ਜਿੰਨਾ ਖੰਭਾਂ ਦੇ ਵਿੱਚ ਵਾਹਿਗੁਰੂ ਨੇ ਬਲ ਦਿੱਤਾ, ਉੱਡ ਤੇ ਸਕਦਾ ਹੈ, ਆਨੰਦ ਲੈ ਸਕਦਾ ਹੈ, ਪਰ ਅੰਤ ਨਹੀਂ ਪਾ ਸਕਦਾ। ਇਸੇ ਤਰ੍ਹਾਂ ਸਤਿਗੁਰਾਂ ਦੀ ਬਾਣੀ ਜਿਹੜੀ ਹੈ, ਇਹ ਧੁਰਕੀ ਬਾਣੀ ਹੈ, ਤੇ ਇਹਨੂੰ ਦੁਨਿਆਵੀ ਸ਼ਬਦਾਂ ਦੇ ਵਿੱਚ ਕੋਈ ਕਿੰਨਾ ਕੁ ਬਿਆਨ ਕਰ ਸਕਦਾ। ਇਹ ਬੇਅੰਤ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ ਹੈ। ਸੋ ਮਹਾਂਪੁਰਸ਼ਾਂ ਨੇ ਬੜੇ ਬੜੇ ਅਰਥ ਕੀਤੇ ਨੇ। ਆਓ ਉਹਨਾਂ ਅਰਥਾਂ ਦੇ ਵਿੱਚੋਂ ਕੁਝ ਨਾ ਕੁਝ ਸਤਿਗੁਰੂ ਜੀ ਦੀ ਕਿਰਪਾ ਸਦਕਾ ਕਰਨ ਦਾ ਯਤਨ ਕਰੀਏ। ਹੇ ਅਕਾਲ ਪੁਰਖ ਜੀ, ਆਪ ਨਮੋ ਚੰਦਰ ਚੰਦਰੇ, ਚੰਦਰਮਾ ਦੇ ਵਿੱਚ ਚੰਦਰਮਾ ਰੂਪ। ਕਿਉਂ ਚੰਦਰਮਾ ਆਪਣੇ ਆਪ ਕੀ ਕਰੇਗਾ? ਦੁਨੀਆ ਦੀ ਹਰ ਵਸਤੂ ਆਪਣੇ ਆਪ ਕੀ ਕਰ ਸਕਦੀ ਹੈ? ਉਹਦੇ ਵਿੱਚ ਕੋਈ ਬੈਠਾ ਹੋਇਆ ਵਾ ਜਿਹੜਾ ਕਰਾਉਂਦਾ ਪਿਆ ਹੈ, ਕਰਦਾ ਪਿਆ ਹੈ। ਤਾਂ ਜਿਹੜਾ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਹੋ ਕੇ ਬੈਠਾ ਹੈ, ਉਸ ਪਰਮੇਸ਼ਰ ਤਾਈਂ ਮਹਾਰਾਜ ਕਹਿੰਦੇ ਨਮਸਕਾਰ ਹੈ। ਜਿਵੇਂ ਸਤਿਗੁਰੂ ਜੀ ਬਾਣੀ 'ਚ ਫਰਮਾਉਂਦੇ ਨਾ, ਆਪੇ ਸੱਸ ਸੂਰਾ
ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰ ਸੂਰਾ, ਕਾਲ ਜਾਲ ਜਮ ਜੋਹੇ ਨਾ ਸਾਕੈ, ਸਾਚੇ ਸਿਉ ਲਿਵ ਲਾਈ ਹੈ। ਜਾਂ ਫਿਰ ਨਮੋ ਚੰਦਰ ਚੰਦਰੇ। ਹੇ ਅਕਾਲ ਪੁਰਖ ਜੀ, ਹੁਣ ਚੰਦਰ ਧਾਤੂ ਦਾ ਅਰਥ ਕੀ ਆ? ਪ੍ਰਕਾਸ਼। ਤੇ ਇੱਕ ਚੰਦਰ ਦਾ ਅਰਥ ਜੇ ਚੰਦਰਮਾ ਕਰ ਦਈਏ ਤੇ ਦੂਜੇ ਚੰਦਰ ਦਾ ਅਰਥ ਕਰ ਦਈਏ ਪ੍ਰਕਾਸ਼, ਤਾਂ ਚੰਦਰਮਾ ਨੂੰ ਵੀ ਚਾਨਣ ਦੇਣ ਵਾਲਾ, ਪ੍ਰਕਾਸ਼ ਦੇਣ ਵਾਲਾ। ਪਹਿਲਾ ਅਰਥ ਤੇ ਮਹਾਂਪੁਰਸ਼ਾਂ ਕੀਤਾ ਨਾ ਵੀ ਚੰਦਰਮਾ ਦੇ ਵਿੱਚ ਜਿਹੜਾ ਚੰਦਰਮਾ ਰੂਪ ਆ, ਨੇਤਰਾਂ ਦੇ ਵਿੱਚ ਨੇਤਰ ਰੂਪ ਹੈ, ਸੁਣਨ ਸ਼ਕਤੀ ਵਿੱਚ ਉਹ ਸੁਣਨ ਸ਼ਕਤੀ ਰੂਪ ਹੈ। ਦੂਸਰਾ ਅਰਥ ਮਹਾਂਪੁਰਸ਼ ਕੀ ਕਰਦੇ ਨੇ ਵੀ ਜਿਹੜਾ ਚੰਦਰਮਾ ਨੂੰ ਵੀ ਚੰਦਰ ਚਾਨਣ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਦਸਵੇਂ ਪਾਤਸ਼ਾਹ ਕਹਿੰਦੇ ਨਾ ਵੀ ਇਹ ਚੰਦਰਮਾ ਸੂਰਜ ਇਹ ਵਾਹਿਗੁਰੂ ਦੀ ਸ਼ਕਤੀ ਦੇ ਨਾਲ ਹੀ ਚਮਕਦੇ ਪਏ। ਭੂ ਮੇਰ ਆਕਾਸ ਨਿਵਾਸ ਛਿਤੰਗ ਰਚ ਰੋਚ ਇਕਾਦਸ ਚੰਦਰ ਬ੍ਰਿਤੰਗ। ਹੁਣ ਅਗਲੀ ਪੰਕਤੀ ਬੜੀ ਕਮਾਲ ਦੀ, ਦੁੱਤ ਚੰਦ ਦਨੀਸੈ ਦੀਪ ਦਈ, ਜਿਹ ਪਾਵਕ ਪੌਣ ਪ੍ਰਚੰਡ ਬਈ। ਚੰਦਰਮਾ ਨੂੰ ਕਿੰਨੇ ਦੁੱਤ ਦਿੱਤੀ ਹੈ? ਦਿਨੀਅਰ ਨੂੰ ਕਿੰਨੇ ਤੋਂ ਆਪਣੇ ਪ੍ਰਕਾਸ਼ ਦਿੱਤਾ ਹੈ, ਚਮਕ ਦਿੱਤੀ ਹੈ। ਸੂਰਜ ਨੂੰ ਕਿੰਨੇ ਦਿੱਤੀ ਹੈ? ਦੁੱਤ ਚੰਦ ਦਨੀਸੈ ਦੀਪ ਦਈ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਚੰਦਰਮਾ ਨੂੰ ਵੀ ਚਾਨਣ ਦੇਣ ਵਾਲਾ ਹੈ, ਉਹਦੇ ਤਾਈਂ ਨਮੋ ਨਮਸਕਾਰ ਹੈ। ਤੇ ਪੰਜਾਬੀ 'ਚ ਚੰਦਰਮਾ ਦਾ ਅਰਥ ਕੀ ਹੋ ਗਿਆ? ਚੰਦਰਾ। ਆਪਾਂ ਕਹਿ ਦਿੰਦੇ ਨਾ ਚੰਦਰਾ, ਖੋਟੇ ਪੁਰਸ਼। ਹੁਣ ਇਹਦਾ ਅਰਥ ਕੀ ਬਣਿਆ? ਨਮੋ ਚੰਦਰ ਚੰਦਰੇ। ਵੀ ਜਿਹੜੇ ਚੰਦਰੇ ਲੋਕ ਨੇ ਨਾ, ਪਾਪੀ ਲੋਕ ਨੇ, ਖੋਟੇ ਪੁਰਸ਼ ਨੇ, ਮਾੜੇ ਬੰਦੇ ਨੇ, ਉਹਨਾਂ ਨੂੰ ਫਿਰ ਚੰਦਰਮਾ ਨੇ ਭਿਆਨਕ ਕਰੂਰ, ਉਹ ਕੀ ਆ? ਮੌਤ ਹੋ ਕੇ ਟੱਕਰਦਾ ਹੈ, ਉਹਨਾਂ ਦਾ ਅੰਤ ਕਰਦਾ ਹੈ। ਭਿਆਨਕ ਸਰੂਪ ਜਮਦੂਤ ਰੂਪ ਹੋ ਕੇ ਸਜ਼ਾ ਦਿੰਦਾ ਹੈ। ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਣ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਤਾਂ ਐਸਾ ਵਾਹਿਗੁਰੂ ਜਿਹੜਾ ਖੋਟੇ ਪੁਰਸ਼ਾਂ ਨੂੰ ਚੰਦਰ ਕਰੂਰ ਤੇ ਭਿਆਨਕ ਮੌਤ ਬਣ ਕੇ, ਮੌਤ ਰੂਪ ਹੋ ਕੇ, ਜਮਦੂਤ ਰੂਪ ਹੋ ਕੇ, ਧਰਮਰਾਜ ਰੂਪ ਹੋ ਕੇ ਟੱਕਰਦਾ ਹੈ, ਹਿਸਾਬ ਲੈਂਦਾ ਹੈ, ਲੇਖਾ ਲੈਂਦਾ ਹੈ। ਐਸੇ ਵਾਹਿਗੁਰੂ ਜੀ ਦੇ ਤਾਈਂ ਨਮਸਕਾਰ ਹੈ। ਦਸਵੇਂ ਪਾਤਸ਼ਾਹ ਦੀਆਂ ਜਿਹੜੀਆਂ ਇਹ ਤੁਕਾਂ ਨੇ, ਇਹਨਾਂ ਦਾ ਸੌਖਾ ਜਿਹਾ ਭਾਵ ਇਹ ਹੈ, ਅੱਗੇ ਵੀ ਆਉਣਗੀਆਂ ਵੀ ਨਮੋ ਭਾਨ ਭਾਨੇ, ਜਾਂ ਨਮੋ ਤੇਜ ਤੇਜੇ, ਨਮੋ ਯੁੱਧ ਯੁੱਧੇ ਸਮਾਪਤੀ ਤੇ ਜਾ ਕੇ। ਇਹਨਾਂ ਸਾਰੀਆਂ ਦਾ ਭਾਵ ਇਹ ਹੈ ਵੀ ਹਰ ਚੀਜ਼ ਦਾ ਬੀਜ ਪਰਮਾਤਮਾ, ਹਰ ਚੀਜ਼ ਪਰਮਾਤਮਾ ਤੋਂ ਪੈਦਾ ਹੋਈ ਹੈ। ਇਸ ਕਰਕੇ ਚੰਦਰਮਾ 'ਚ ਚੰਦਰਮਾ ਰੂਪ ਹੈ, ਸੂਰਜ 'ਚ ਸੂਰਜ ਰੂਪ ਹੈ, ਤੇਜ ਤੇਜ ਰੂਪ ਹੈ, ਯੁੱਧ 'ਚ ਯੁੱਧ ਰੂਪ ਹੈ, ਹਨੇਰਾ ਵੀ ਤੇ ਉਤੋਂ ਹੀ ਪੈਦਾ ਹੋਇਆ। ਇਸ ਕਰਕੇ ਨਮੋ ਅੰਧਕਾਰੇ, ਹਨੇਰੇ ਦਾ ਬੀਜ ਵੀ ਤੇ ਉਹ ਹੀ ਆ ਨਾ। ਹਰ ਵਸਤੂ ਦਾ ਬੀਜ ਹੀ ਪਰਮਾਤਮਾ ਹੈ। ਇਸ ਕਰਕੇ ਜਿਵੇਂ ਯੋਗੀ ਅੱਲਾ ਯਾਰ ਖਾਂ ਕਹਿੰਦਾ ਨਾ ਵੀ ਜਿੱਧਰ ਵੀ ਮੈਂ ਦੇਖਦਾ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੁੰਦੇ। ਹਰ ਵਸਤੂ ਦੇ ਵਿੱਚ ਤਸੱਲਾ ਤੇਰੀ ਯਾਦ ਕਾ ਸੂ ਬਸੂ ਹੈ, ਜਿੱਧਰ ਵੀ ਦੇਖਤਾ ਉਧਰ ਤੂੰ ਹੀ ਤੂੰ ਹੈ। ਉਹ ਤੇ ਇੱਥੋਂ ਤੱਕ ਵੀ ਕਹਿ ਜਾਂਦਾ ਹੈ ਮੁਸਲਮਾਨ ਹੈ, ਉਹ ਤੇ ਇੱਥੋਂ ਤੱਕ ਵੀ ਕਹਿ ਦਿੰਦਾ ਦੀਦਾਰੇ ਖੁਦਾ ਗਰ ਨਹੀਂ ਦੇਖਾ ਤੂਨੇ, ਗੋਬਿੰਦ ਸਿੰਘ ਕੋ ਦੇਖੋ ਹੂ ਬਹੂ ਹੈ। ਜੇ ਰੱਬ ਨਹੀਂ ਵੇਖਿਆ ਤੇ ਦਸਵੇਂ ਪਾਤਸ਼ਾਹ ਦੇਖ, ਹੂ ਬਹੂ ਰੱਬ ਹੀ ਆਣ ਕੇ ਬੈਠਾ ਹੈ। ਜਿਵੇਂ ਸ਼੍ਰੀਮਾਨ ਭਾਈ ਨੰਦ ਲਾਲ ਸਿੰਘ ਜੀ ਮਹਾਰਾਜ ਕਹਿੰਦੇ ਨਾ, ਰੂਹ ਹਰ ਜਿਸਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ। ਹਰ ਜਿਸਮ ਦੇ ਵਿੱਚ ਜਿਹੜੀ ਰੂਹ ਹੈ ਦਰ ਅੰਦਰ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਹੀ ਹੈ, ਹੋਰ ਕੌਣ ਹੈ? ਤਾਂ ਸਤਿਗੁਰੂ ਮਹਾਰਾਜ
ਹਰ ਚੀਜ਼ ਦੇ ਵਿੱਚ ਪਰਮਾਤਮਾ ਨੂੰ ਦੇਖਦੇ ਪਏ ਆ। ਇਸ ਕਰਕੇ ਉਹ ਭਾਵੇਂ ਦੈਵੀ ਸੰਪਰਦਾ ਹੈ, ਉਹ ਭਾਵੇਂ ਦੈਵੀ ਸੰਪਦਾ ਹੈ ਜਾਂ ਆਸੁਰੀ ਸੰਪਦਾ ਹੈ, ਹਰੇਕ ਦੇ ਵਿੱਚ ਪਰਮੇਸ਼ਰੀ ਹੈ। ਕਿਉਂ? ਬੀਜ ਸਾਰਿਆਂ ਦਾ ਰੱਬ ਹੀ, ਅਖੀਰ ਜੜ੍ਹਾਂ ਰੱਬ ਹੀ। ਜਾਂ ਫਿਰ ਨਮੋ ਚੰਦਰ ਚੰਦਰੇ, ਜਿਹੜਾ ਬਾਹਰਲਾ ਚੰਦਰਮਾ ਹੈ ਇਹਨੂੰ ਠੰਡਾ ਮੰਨਿਆ, ਪਰ ਇਹ ਇੰਨਾ ਠੰਡਾ ਵੀ ਨਹੀਂ ਆ ਵੀ ਕਿਸੇ ਦਾ ਹਿਰਦਾ ਠੰਡਾ ਕਰਦੇ, ਠਾਰ ਕਰਦੇ। ਸਗੋਂ ਪੁੰਨਿਆਂ ਦੀ ਰਾਤ ਕਹਿੰਦੇ ਕਾਮ ਵਕਾਰ ਨੂੰ ਪੈਦਾ ਕਰਦਾ ਹੈ। ਪਰ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਉਹ ਅਸਲੀ ਚੰਦਰਮਾ ਹੈ। ਉਹ ਚੰਦਰਮਾ ਦਾ ਵੀ ਚੰਦਰਮਾ ਕੀ ਆ? ਵਾਹਿਗੁਰੂ ਜੀ ਦਾ ਨਾਮ। ਐਸੇ ਨਾਮ ਸਰੂਪ ਵਾਹਿਗੁਰੂ ਜੀ ਨੂੰ ਮਹਾਰਾਜ ਕਹਿੰਦੇ ਨਮੋ ਨਮਸਕਾਰ ਹੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਰੱਬ ਦੇ ਪਿਆਰਿਆਂ ਨੂੰ ਹਰ ਚੀਜ਼ 'ਚ ਹੀ ਰੱਬ ਹੀ ਦਿਖਦਾ ਹੈ। ਆਪਾਂ ਨੂੰ ਤੇ ਜਿੱਥੇ ਰੱਬ ਹੈ, ਗੁਰਦੁਆਰਾ ਜਾਂ ਗੁਰਬਾਣੀ, ਉਹ 'ਚ ਵੀ ਨਹੀਂ ਦਿਖਦਾ, ਪਰ ਰੱਬ ਦੇ ਪਿਆਰਿਆਂ ਨੂੰ ਹਰ ਵਸਤੂ 'ਚ ਹੀ ਰੱਬ ਦਿਖਦਾ ਹੈ। ਚੰਦਰਮਾ 'ਚ ਵੀ ਉਹ ਹੀ ਹੈ। ਹੁਣ ਅੱਗੇ ਫਿਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਨਮੋ ਭਾਨ ਭਾਨੇ। ਭਾਨ ਕਹਿੰਦੇ ਸੂਰਜ ਨੂੰ, ਤੇ ਭਾਨ ਕਹਿੰਦੇ ਪ੍ਰਕਾਸ਼ਣ ਨੂੰ। ਹੁਣ ਸੂਰਜ ਦੇ ਵਿੱਚ ਸੂਰਜ ਰੂਪ ਹੋ ਕੇ ਕਿਹੜਾ ਪ੍ਰਕਾਸ਼ ਰਿਹਾ ਹੈ? ਸੂਰਜ ਦੇ ਵਿੱਚ ਕੌਣ ਬੈਠਾ ਹੈ? ਤਾਂ ਹਰ ਵਸਤੂ ਦੇ ਵਿੱਚ ਵਾਹਿਗੁਰੂ ਹੈ। ਐਸੇ ਵਾਹਿਗੁਰੂ ਦੇ ਤਾਂ ਹੀ ਨਮੋ ਮਹਾਰਾਜ ਕਹਿੰਦੇ ਨਮਸਕਾਰ ਹੈ। ਜਿਵੇਂ ਗੁਰਬਾਣੀ ਵਿੱਚ ਵੀ ਸੱਚੇ ਪਾਤਸ਼ਾਹ ਕਹਿੰਦੇ ਨਾ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਵਾਹਿਗੁਰੂ ਦੀ ਖੇਡ ਨਹੀਂ ਕੋਈ ਸਮਝ ਸਕਦਾ ਹੈ। ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ। ਆਪ ਹੀ ਚੰਦਰਮਾ ਤੇ ਸੂਰਜ ਵਿੱਚ ਪ੍ਰਕਾਸ਼ ਰਿਹਾ ਹੈ। ਦੁਨੀਆ ਦੇ ਲੋਕੋ, ਚੰਦਰਮਾ ਦੇ ਵਿੱਚ ਚੰਦ ਬਣ ਕੇ ਚਾਨਣ ਦੇ ਰਿਹਾ ਹੈ ਤੇ ਸੂਰਜ ਵਿੱਚ ਸੂਰਜ ਬਣ ਕੇ ਪ੍ਰਕਾਸ਼ ਦੇ ਰਿਹਾ। ਗੁਰਬਾਣੀ ਕਹਿੰਦੀ ਉਹ ਵਾਹਿਗੁਰੂ ਹੈ, ਪਰ ਸਮਝੂ ਕੋਈ ਵਿਰਲਾ ਹੀ ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਇਸ ਖੇਡ ਨੂੰ ਕੋਈ ਵਿਰਲਾ ਹੀ ਸਮਝੇਗਾ। ਤਾਂ ਨਮੋ ਭਾਨ ਭਾਨੇ, ਹੇ ਅਕਾਲ ਪੁਰਖ ਜੀ, ਆਪ ਹੀ ਸੂਰਜ ਰੂਪ ਹੋ ਕੇ ਸੰਸਾਰ ਵਿੱਚ ਭਾਨੇ ਪ੍ਰਕਾਸ਼ ਕਰ ਰਹੇ ਹੋ। ਨਮੋ ਗੀਤ ਗੀਤੇ। ਹੁਣ ਇੱਥੇ ਮਹਾਰਾਜ ਨੇ ਗੀਤਾਂ ਦੀ ਗੱਲ ਕੀਤੀ ਹੈ, ਤੇ ਗੀਤ ਦਾ ਨਾਂ ਸੁਣਦਿਆਂ ਸ਼ਾਇਦ ਕਿਸੇ ਦੇ ਮਨ 'ਚ ਪ੍ਰਸ਼ਨ ਵੀ ਪੈਦਾ ਹੋ ਸਕਦਾ, ਗੀਤ ਕਿੱਧਰ ਆ ਗਏ ਗੁਰਬਾਣੀ 'ਚ। ਪਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਵੀ ਗੀਤ ਦਾ ਅਰਥ ਹੁੰਦਾ ਗਾਉਣ ਯੋਗ ਛੰਦ। ਜਿਹਨੂੰ ਗਾਇਆ ਜਾ ਸਕੇ ਉਹਨੂੰ ਗੀਤ ਕਿਹਾ ਜਾਂਦਾ ਹੈ। ਹੁਣ ਗੀਤ ਦੇ ਵਿੱਚ ਵੀ ਉਹ ਬੈਠਾ ਹੈ, ਤੇ ਗੁਰਬਾਣੀ ਵਰਗਾ ਗੀਤ, ਜਿਹੜੀ ਚੀਜ਼ ਗਾਉਣ ਦੇ ਵਿੱਚ ਆਵੇ ਨਾ ਉਹਨੂੰ ਗੀਤ ਕਿਹਾ ਜਾਂਦਾ ਹੈ। ਇੱਕ ਤੇ ਦੂਸਰਾ ਅਰਥ ਨਾ ਸਮਝ ਲਿਓ, ਦੂਸਰਿਆਂ ਬਾਰੇ ਤੇ ਗੁਰਬਾਣੀ ਨੇ ਮਨਾਹੀ ਕੀਤੀ ਹੈ। ਨਮੋ ਗੀਤ ਗੀਤੇ। ਹੁਣ ਬਾਣੀ ਵੀ ਕਹਿੰਦੀ ਨਾ, ਲੋਕ ਜਾਣੈ ਇਹੋ ਗੀਤ ਹੈ, ਵੀ ਇਹ ਤੇ ਗਾਉਣ ਵਾਲੀ ਬਾਣੀ ਆ, ਕਵਿਤਾ ਹੀ ਆ, ਹੋਰ ਕੀ ਹੈ। ਪਰ ਮਨਮੁਖ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਇਹ ਤਾਂ ਬ੍ਰਹਮ ਵਿਚਾਰ। ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਹੁਣ ਕਬੀਰ ਸਾਹਿਬ ਕਹਿੰਦੇ ਵੀ ਮੇਰੇ ਬਚਨਾਂ ਨੂੰ ਇਹ ਗੀਤ ਹੀ ਸਮਝ ਛੱਡਦੇ, ਵੀ ਜਿੱਦਾਂ ਦੂਜਿਆਂ ਦੀ ਕਵਿਤਾ ਇੱਦਾਂ ਕਬੀਰ ਸਾਹਿਬ ਨੇ ਵੀ ਦਿਮਾਗ ਤੇ ਜ਼ੋਰ ਦੇ ਕੇ ਲਿਖ ਲਈ ਹੋਊਗੀ, ਤੁਕਬੰਦੀ ਕਰ ਲਈ ਹੋਊਗੀ। ਪਰ ਇਹ ਤਾਂ ਧੁਰਕੀ ਬਾਣੀ ਆ, ਇਹ ਤਾਂ ਬ੍ਰਹਮ ਦੀ ਵਿਚਾਰ ਆ, ਵਾਹਿਗੁਰੂ ਦੀ ਵਿਚਾਰ ਹੈ। ਜੇ ਕੋਈ ਬੰਦਾ ਕਵੇ ਵੀ ਗੁਰਬਾਣੀ ਵੀ ਦੁਨਿਆਵੀ ਗੀਤ ਹੀ ਆ ਬਸ, ਜਿੱਦਾਂ ਕਲਾਕਾਰਾਂ ਦੇ ਗੀਤ ਹੁੰਦੇ, ਤਾਂ ਜਿਹੜੇ ਦੁਨਿਆਵੀ ਗੀਤ ਆ, ਕਵਿਤਾਵਾਂ ਵਾ, ਉਹ ਇੱਕ ਵਾਰੀ ਪੜ੍ਹੋ, ਦੋ ਵਾਰੀ ਪੜ੍ਹੋ, ਤਿੰਨ ਵਾਰੀ ਪੜ੍ਹੋ, ਉਹਨਾਂ ਦਾ ਰਸ ਜਿਹੜਾ ਮੁੱਕ ਜਾਂਦਾ ਹੈ। ਪਰ ਗੁਰਬਾਣੀ ਦਾ ਰਸ ਰੋਜ਼ ਹੀ ਉਹਦਾ ਨਿਤਨੇਮ ਹੁੰਦਾ ਉਸੇ ਗੁਰਬਾਣੀ ਦਾ। ਤੇ ਜਿਹੜੇ ਉਹਨੂੰ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ, ਪ੍ਰੇਮ ਦੇ ਨਾਲ ਪੜ੍ਹਦੇ ਨੇ, ਉਹ ਦੱਸਦੇ ਨੇ ਕਿ ਉਹਦਾ ਰਸ ਵੱਧਦਾ ਜਾਂਦਾ ਹੈ।
ਤੇ ਗੁਰਬਾਣੀ ਵੀ ਕਹਿੰਦੀ ਹੈ ਵੀ ਜਿਹਨੂੰ ਉਹ ਰਸ ਆ ਗਿਆ ਉਹਦੇ ਵਾਸਤੇ ਫਿਰ ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਉਹਦੇ ਬਰਾਬਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਗੁਰੂ ਨੇ ਉੱਥੇ ਧਾਰਮਿਕ ਗ੍ਰੰਥ ਵੀ ਨੇ। ਇੱਕੋ ਇੱਕ ਦੁਨਿਆਵੀ ਧਾਰਮਿਕ ਜੇ ਗ੍ਰੰਥ ਦੇ ਰੂਪ ਦੇ ਵਿੱਚ ਦੇਖੀਏ, ਇੱਕੋ ਇੱਕ ਇੱਦਾਂ ਦੀ ਪੁਸਤਕ ਆ ਜਿਹੜੀ ਕਦੀ ਨਹੀਂ ਮੁੱਕਣ ਵਾਲੀ। ਤੁਸੀਂ ਕਹੋਗੇ ਵੀ ਅਸੀਂ ਤੇ ਰੋਜ਼ ਖੰਡ ਪਾਠ ਕਰਦੇ ਹਾਂ, ਤੇ ਇਸ ਵਜੇ ਆਰੰਭ ਹੁੰਦਾ, ਇਸ ਵਜੇ ਮੱਧ ਲੱਗਦਾ, ਇਸ ਵਜੇ ਭੋਗ ਪੈ ਜਾਂਦਾ। ਨਹੀਂ, ਇਹ ਗੱਲ ਨਹੀਂ। ਇਹਦਾ ਜਿਹੜਾ ਰਾਸ ਹੈ ਉਹ ਜਦੋਂ ਤੁਸੀਂ ਦੁਬਾਰਾ ਪੜ੍ਹੋਗੇ ਫੇਰ ਨਵਾਂ, ਉਤੋਂ ਵੀ ਸੋਹਣਾ ਤੇ ਉਤੋਂ ਵੀ ਵਧੀਆ। ਫਿਰ ਤੁਸੀਂ ਦੁਬਾਰਾ ਇਹਦਾ ਪਾਠ ਕਰੋਗੇ ਫੇਰ ਨਵਾਂ। ਇੱਕੋ ਇੱਕ ਦੁਨੀਆ ਦੀ ਧਾਰਮਿਕ ਗੁਰੂ ਵੀ ਤੇ ਪੁਸਤਕ ਵੀ ਗ੍ਰੰਥ ਵੀ ਇੱਦਾਂ ਦਾ ਹੈ ਜਿਹੜਾ ਕਦੀ ਮੁੱਕਣ 'ਚ ਨਹੀਂ ਆਉਂਦਾ। ਜਦੋਂ ਸ਼ੁਰੂ ਕੀਤਾ ਉਦੋਂ ਕੁਝ ਨਾ ਕੁਝ ਨਵਾਂ। ਤਾਂ ਇਸ ਕਰਕੇ ਗੁਰਬਾਣੀ ਜਿਹੜੀ ਆ ਇਹ ਗੀਤਾਂ ਦਾ ਵੀ ਗੀਤ ਆ। ਐਸੇ ਵਾਹਿਗੁਰੂ ਨੂੰ, ਗੁਰਬਾਣੀ ਸਰੂਪ ਵਾਹਿਗੁਰੂ ਨੂੰ, ਨਾਮ ਸਰੂਪ ਵਾਹਿਗੁਰੂ ਨੂੰ ਨਮੋ ਮਹਾਰਾਜ ਕਹਿੰਦੇ, ਨਮਸਕਾਰ ਹੈ। ਕਿਉਂ ਸਤਿਗੁਰੂ ਕਹਿੰਦੇ ਨਾ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਬਾਣੀ। ਕਿਉਂ ਗੀਤ ਦਾ ਅਰਥ ਹੁੰਦਾ ਜਿਹੜਾ ਗਾਉਣ ਚ ਆਵੇ, ਗਾਉਣ ਯੋਗ ਛੰਦ। ਜਾਂ ਫਿਰ ਨਮੋ ਗੀਤ ਗੀਤੇ, ਜੇ ਦੁਨਿਆਵੀ ਤੌਰ ਤੇ ਵੀ ਅਰਥ ਕੀਤਾ ਜਾਵੇ ਤੇ ਹਰ ਬੰਦੇ ਦੇ ਵਿੱਚ ਕੌਣ ਬੈਠਾ ਹੈ? ਤਾਂ ਜਿਹੜਾ ਗੀਤ, ਗੀਤਾਂ ਦੇ ਗਾਉਣ ਵਾਲਿਆਂ ਵਿੱਚ ਵੀ ਗੀਤੇ ਗੀਤ ਨੂੰ ਗਾਉਂਦਾ ਪਿਆ ਹੈ। ਚੇਤਨ, ਆਤਮਾ, ਰੂਹ ਜਿਹੜੀ ਨਿਕਲ ਗਈ। ਤੇ ਗੁਰਬਾਣੀ ਵਿੱਚ ਜਿਵੇਂ ਮਹਾਰਾਜ ਕਹਿੰਦੇ ਆ ਨਾ ਵੀ ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤੇ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਉਹ ਗਾਉਣ ਵਾਲਾ ਕਿੱਥੇ ਚਲੇ ਗਿਆ ਵਿੱਚੋਂ? ਉਹ ਜੋਗੀ ਜੀ ਵਜਾਉਣ ਵਾਲੇ ਬੜੀ ਸੋਹਣੀ ਕਿੰਗਰੀ ਵਜਾਉਂਦੇ ਸੀ, ਕਿੱਥੇ ਚਲੇ ਗਏ? ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਹੈ। ਤਾਂ ਗੀਤ ਦੇ ਗਾਉਣ ਦੇ ਵਿੱਚ ਗੀਤੇ ਗਾਉਣ ਵਾਲਾ ਜਿਹੜਾ ਪਰਮੇਸ਼ਰ ਹੈ, ਜਿਹਦੇ ਕਰਕੇ ਸਾਰੀ ਕਿਰਿਆ ਹੁੰਦੀ ਹੈ। ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜ਼ੁਬਾਨ ਬੋਲਦੀ ਹੈ, ਪੈਰ ਚੱਲਦੇ ਨੇ, ਹੱਥ ਪਕੜਦੇ ਨੇ, ਉਹਦੀ ਗੱਲ ਕਰਦੇ ਪਏ ਹਨ। ਤਾਂ ਉਹ ਵਾਹਿਗੁਰੂ ਪਰਮੇਸ਼ਰ ਦੇ ਤਾਂ ਹੀ ਮਹਾਰਾਜ ਕਹਿੰਦੇ ਨਮਸਕਾਰ ਹੈ। ਤੁਸੀਂ ਹੈਰਾਨ ਹੋਵੋਗੇ, ਇਹ ਤਾਂ ਗੀਤਾਂ ਦੀ ਗੱਲ ਹੀ ਆਈ ਆ ਨਾ, ਅੱਗੇ ਨੱਚਣ ਦੀ ਗੱਲ ਵੀ ਆਉਣੀ ਆ। ਪਤਾ ਤੇ ਉਦੋਂ ਲੱਗਣਾ ਨਮੋ ਨ੍ਰਿਤ ਨ੍ਰਿਤੇ। ਤਾਂ ਗੀਤ ਦਾ ਦੂਜਾ ਅਰਥ ਹੁੰਦਾ ਜਸ, ਵਡਿਆਈ। ਤੇ ਗੀਤ ਦਾ ਤੀਜਾ ਅਰਥ ਹੁੰਦਾ ਗਾਇਨ ਕਰਨਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ? ਨਮੋ ਗੀਤ ਗੀਤੇ। ਗੀਤ ਮੈਨੇ ਜਸ, ਜਸ ਦੇ ਵਿੱਚ ਗੀਤੇ ਜਸ ਰੂਪ। ਹਰ ਚੀਜ਼ ਦਾ ਬੀਜ ਕੀ ਆ? ਵਾਹਿਗੁਰੂ। ਹਰ ਚੀਜ਼ ਦੇ ਵਿੱਚ ਕੌਣ ਬੈਠਾ ਹੈ? ਬ੍ਰਹਮ ਗਿਆਨੀਆਂ ਦੀ ਨਿਗਾਹ ਵਿੱਚ ਹਰ ਥਾਂ ਤੇ ਉਹੋ ਹੀ ਹੈ। ਤਾਂ ਉਸ ਵਾਹਿਗੁਰੂ ਦੇ ਤਾਈਂ ਜਿਹੜਾ ਗੀਤ ਜਸ ਵਿੱਚ ਗੀਤੇ ਜਸ ਰੂਪ, ਉਹਦੇ ਤਾਈਂ ਮਹਾਰਾਜ ਕਹਿੰਦੇ ਨਮਸਕਾਰ ਹੈ। ਦਸਵੇਂ ਪਾਤਸ਼ਾਹ ਦੀ ਬਾਣੀ ਤਾਈਓ ਸਮਝ ਨਹੀਂ ਆਉਂਦੀ। ਬਹੁਤੇ ਮੁਨਕਰ ਕਿਉਂ ਹੋ ਜਾਂਦੇ ਨੇ? ਉਹ ਸੋਚੀ ਪੈ ਜਾਂਦੇ ਨੇ ਵੀ ਦਸਵੇਂ ਪਾਤਸ਼ਾਹ ਕੀ ਲਿਖੀ ਜਾਂਦੇ ਨੇ। ਕਹੂੰ ਬੀਨ ਵਿਦਿਆ, ਕਹੂੰ ਗਾਨ ਗੀਤੰ, ਕਹੂੰ ਮਲੇਸ਼ ਭਾਖਿਆ। ਬਿਲਕੁਲ ਉਲਟ ਅੱਗੇ ਕੀ ਲਿਖਤਾ? ਕਹੂੰ ਵੇਦ ਰੀਤੰ। ਵੇਦ ਤੇ ਕਹਿੰਦੇ ਆ ਮਲੇਸ਼ ਦੇ ਮੱਥੇ ਨਹੀਂ ਲੱਗਣਾ। ਜਿੱਥੋਂ ਤੱਕ ਕਾਲਾ ਹਿਰਨ ਚਰਦਾ ਵਾ, ਇੱਥੋਂ ਤੱਕ ਭਾਰਤ ਦੇਸ਼ ਆ। ਇਹ ਤੋਂ ਅੱਗੇ ਗਏ ਤੇ ਤੁਹਾਡਾ ਧਰਮ ਖਤਮ ਹੋ ਜਾਣਾ ਵਾ। ਹੁਣ ਮਹਾਰਾਜ ਕੀ ਲਿਖਦੇ ਪਏ ਆ? ਕਹੂੰ ਬੀਨ ਵਿਦਿਆ, ਕਹੂੰ ਗਾਨ ਗੀਤੰਗ। ਕਿਤੇ ਗੀਤ ਪਾਉਂਦਾ ਤੇ ਕਹੂੰ ਮਲੇਸ਼ ਭਾਖਿਆ। ਇਹ ਬਿਲਕੁਲ ਹੀ ਉਹਦੇ ਐਂਟੀ ਚੀਜ਼ ਅੱਗੇ ਆ ਗਈ। ਕਹੂੰ ਵੇਦ ਰੀਤੰਗ, ਕਹੂੰ ਨ੍ਰਿਤ ਵਿਦਿਆ,
कहूँ नाग बानी कहूँ गारड़ू गूड़ कथे कहानी। हुण 10वें पातशाह की ये चीज़ ताइयों समझ नहीं ना पैंदी भी किते ते तू महाराज कहंदे किसे शरीर च तू नचदा पिया वा, किसे शरीर च तू गाउंदा पिया वा, किसे शरीर तू लड़दा पिया वा, किसे शरीर दे विच तू कुछ करदा पिया वा। हुण महाराज अंदर दी गल करदे ने ते बाहरली चीज़ ते किसे दी भी नहीं रलदी। हरेक दा कल्चर वखरा है, हरेक दे रीति रिवाज वखरे ने। तां सच्चे पातशाह कहंदे ऐसे वाहिगुरू दे ताईं मेरी नमस्कार है। नमो तान ताने, तान कहंदे आ जी सुरां दी अरोही ते अवरोही नूं। एक सुर तो उपर नूं जाना फिर उपर तो थल्ले नूं आउणा, जां संगीत अनुसार जिस मात्रा तो ताल आरंभ होवे उहनूं सम कहंदे ने, गुर कहंदे ने ते तान कहंदे ने। उहदे 3 नाम संगीत मुताबक दसे गए ने। जां एक महापुरुष अर्थ लिखदे ने भी थोड़े समय च अधक सुरां नूं गाया जावे वजाया जावे उहनूं भी तान कह दिंदे ने। हे अकाल पुरख जी नमो तान ताने। आप राग दी तान दे विच तान रूप जिहड़ा रागां दीयां तानां सुन के आनंद आउंदा ना, जड़ चीज़ां च आनंद कित्थों आ जाना सी, वो आनंद वो रास तुसी हो। क्यों जिथे परमात्मा होऊगा उत्थे रास होवेगा, जां फिर उत्थे जीवन होवेगा। जिथे परमात्मा नहीं उत्थे बेरस होवेगा ते जीवन भी नहीं होवेगा। तां महाराज सच्चे पातशाह फरमाउंदे ने भी जिथे भी आत्मा बैठी है, चेतन बैठा है, तां जिहड़ा ताना राग दियां ताना दे विच जिहड़ा रस आ ना, स्वाद आ, वो रस वो तान रूप कौन है? वो वाहिगुरू परमेश्वर। क्यों गुरबाणी कहती आपे तान दी बाण है प्यारा, आपे कारे लाया, ज्यों आप चलाए त्यों चलिए प्यारे, ज्यों हर प्रभ मेरे पाया। एक होर अर्थ भी करते ने संत, नमो तान ताने। हे अकाल पुरख वाहिगुरू जी, तान दा अर्थ हुंदा बल, ताकत। तान बल वालियां दे विच तान नन्ने दे नाल बल शक्ति स्वरूप निवास हो के वरत रहा है। जिन्ने भी बल वाले ने उन्हां विच बल रूप तान रूप तुसी हो। क्यों जे विचों रूह निकल गई ना, आत्मा निकल गई, चेतन निकल गया, रब निकल गया, ते शरीर मिट्टी दी ढेरी ते कुछ सवाह रह जानी, होर कुछ भी नहीं इहदे चों निकलदा है। तां बल वालियां दे विच बल रूप वो कौन है? वाहिगुरू परमेश्वर। धन गुरु रामदास साहब जी भी कहते ना, आपे ही बल आप है प्यारा। वो वाहिगुरू आप ही बल रूप है। ऐसे वाहिगुरू दे ताई महाराज कहते नमस्कार है। एक अर्थ होर भी करते ने, वो कौन करते ने? अपने विद्या मारतंड पंथ रतन श्रीमान संत ज्ञानी गुरबचन सिंह जी खालसा पिंडरां वाले, उन्हां दा अर्थ की आ? नमो तान ताने। वो है भगत बाणी दे अनुसार इस संसार रूप तान ताने नूं ताने तन रहा। क्यों कबीर साहब नूं किसी ने उच्ची जात वाले ने मखौल करता सी ना, भी तू ते जलावां, तू ते जलाहा है ते गल्लां तू सुणाउणा सानूं रब दियां ते आपदी जात वेख जाके गल्लां किड्डियां उच्चियां करदा है। ते कबीर साहब ने अग्गों आख्या सी रब भी जलाया है, रब भी जलाया है। क्यों? उन्हें सारा संसार रूप तान ताने नूं तणिया होया। ये संसार किने बनाया? परमेश्वर ने, वाहिगुरू ने। तो जिवें भगत बाणी दे विच आउंदा ना, आसा श्री कबीर जी का कोरी को मर्म काहू ना जाना, सब जग आन तनायो ताना। तां महापुरुष अर्थ करते ने, हे अकाल पुरख जी, आप जी संसार रूप ताने नूं तन रहे हो,
बुन रहे हो, बना रहे हो। ये संसार रूपी वस्त्र जिहड़ा है वो आप जी का ही बनाया है। ऐसे वाहिगुरू दे ताई नमस्कार है। आप हैरान होवोगे, धार्मिक ग्रंथां दे विच एक कथा बड़ी सोहनी लिखी हुई है भी एक बारी ब्रह्मा जी भगवान दे दर्शन करन गए। सिक्ख्या बड़ी सोहनी। ते ब्रह्मा जी दे जदों अंदर जाना सी भगवान दे महल च, बैकुंठ च, तां जिहड़ा दरवाजे ते दरवान खलोता सी उहनूं ब्रह्मा जी जाके कहिंदे भगवान नूं कहो भी ब्रह्मा जी आए। ब्रह्मा जी दे मन दे विच मान हो गया ना भी मैं दुनिया बनाउणा। ते कबीर साहब की कहिंदे आ, कोरी को काहू मरम ना जाना, सब जगान तनायो ताना। ब्रह्मा जी का इरादा सी, भगवान जी का इरादा सी कि मैं बनाउणा। हुण भगवान बड़े कौतकी ने। होया कि भी अंदरों भगवान दरवाजे वाले दरबान नूं कहिंदे, सेवादार नूं कहिंदे भी जाके उन्हां नूं पुछ भी किहड़े ब्रह्मंड दे ब्रह्मा हो, जां सौखा जिहा करिए भी किहड़े धरती दे ब्रह्मा हो। इस ब्रह्मंड च दे करोड़ां धरतियां ने। वो जदों नौकर ने, सेवादार ने जाके आख्या जी भगवान पुछदे आ भी किहड़ी धरती दे ब्रह्मा हो, बस इन्ने जी काम हो गया। निकल गई फूक सारी उत्थे ही। इन्ने जी। हरजू अहंकार ना भावई, अहंकार ना भावई, वेद कूक सुनावे। इत्थे ते करोड़ां ब्रह्मंड एक दूजे नाल जुड़े ने। ये तो साइंस भी मनन लग पई। तां वो अग्गों उल्टा उन्होंने सवाल किया, ठंडे हो गए। कहते जी होर भी ब्रह्मा है। वो फिर अंदर गया भगवान, वो पुछते ने भी होर भी है। तो भगवान कहते लै आ हुण अंदर। तो उन्होंने फिर दिखाया गया 4 मूँह तो लैके 4000 तक भी बैठे, 4000 मूँह वाले भी बैठे। जिन्ने ग्रह उन्ने ही ब्रह्मा। उन्होंने रचन वाले, बनाउण वाले इंजीनियर बैठे ने सारे। तो महाराज कहते परमेश्वर का अंत किसी ने नहीं पाया। कोरी को काहू मरम ना जाना, सब जग आन तनायो ताना। ऐसे वाहिगुरू दे ताई सच्चे पातशाह कहते नमो नमस्कार है। नमो नृत नृते। नृत मैंने नचना, लै तार नाल अंगां दी हरकत, गीत दे हाव भाव नूं प्रगट करना, वो की हो गया नृत। हुण इत्थे कई बंदे जिवें वो गीत वाली पंक्ति आउंदी ना ते काम आपदा कढदे आ, फिर ते गीत सुनने दुनियावी ते बाणी रूपी गीत ना सुनना। जिवें आउंदा ना लाल रंग तिसको लगा, जिवें कईयां नूं लाल रंग दी पग बन्नण दा शौक हुंदा है। ते उन्हां ने फिर अपनी ढाल बनाई हुंदी आ, दबा दब कढ के सुणा दिंदे जी लाल रंग तिसको लगा जिसके वडभागा। पर इत्थे लाल रंग दी पग दा ते मतलब कोई नहीं, इत्थे ते प्रेम अर्थ होया। जां जे किसी ने हसना टप्पना नचना होवे कोई गल नहीं, पर पंक्ति जरूर उन्हां रखी हुंदी आ, नचण कुद्दण मन का चाओ। वो फिर आपदी ढाल बनाउणी हुंदी ना। जे किसी ने छकना छकाउणा होवे भी जिहड़ी चीज़ आउंदी बस आउण दे, उन्हां भी एक पंक्ति रखी हुंदी। पता ना आप जी नूं खाना पीना पवित्र है, दितोन रिजक संभाहे। फिर वो पढ़ते ने खाना पीना सब पवित्र है। पर अगली तुक नहीं पढ़ते, दितोन रिजक संभाहे। जिहड़ा रब पचावे वो पवित्र आ, कि जिहड़ा तुसीं लैके आउंदे हो ठेके तो जाके वो भी पवित्र, आप पैसे खर्च के।
ਜਿਹੜਾ ਰੱਬ ਨੇ ਪਹੁੰਚਾਇਆ, ਜਿਵੇਂ ਤੇਰੇ ਜੰਮਣ ਤੋਂ ਪਹਿਲਾਂ ਹੀ ਤੇਰੀ ਮਾਂ ਦੀ ਛਾਤੀ 'ਚ ਦੁੱਧ ਰੱਬ ਨੇ ਲਾਹਤਾ, ਜਿਹੜਾ ਰੱਬ ਨੇ ਪਹੁੰਚਾਇਆ ਉਹ ਪਵਿੱਤਰ ਸੀ ਕਿ ਆਪਣੇ ਵਾਲਾ ਪਵਿੱਤਰ ਆ? ਅਗਲੀ ਪੰਕਤੀ ਨਹੀਂ, ਉਹ ਆਪਣੇ ਮਤਲਬ ਦੀ ਨਹੀਂ, ਇੰਨੀ ਕੀ ਬੜੀ ਆ, ਖਾਣਾ ਪੀਣਾ ਪਵਿੱਤਰ ਹੈ, ਸਭ ਪਵਿੱਤਰ ਹੈ। ਅਗਲੀ ਨਹੀਂ ਪੜ੍ਹੀ ਦੀ ਹੁੰਦੀ, ਉਹ ਸਾਡੇ ਮਤਲਬ ਦੀ ਨਹੀਂ। ਇੱਦਾਂ ਕਈ ਜਾਣੇ ਫਿਰ ਇਹ ਪੰਕਤੀਆਂ ਲੈ ਕੇ ਵੀ ਨਮੋ ਨ੍ਰਿਤ ਨ੍ਰਿਤੇ, ਉਹ ਫਿਰ ਆਪਣੇ ਹਿਸਾਬ ਦਾ ਅਰਥ ਕੱਢਦੇ ਨੇ, ਜਿਵੇਂ ਨੱਚਣ ਕੁੱਦਣ ਮਨ ਕਾ ਚਾਓ, ਆਪਦੇ ਹਿਸਾਬ ਦੇ ਅਰਥ ਕੱਢ ਲੈਂਦੇ ਨੇ। ਹੁਣ ਮਹਾਰਾਜ ਕਹਿੰਦੇ ਆ ਜਿਹੜਾ ਨਿਰਤ ਦੇ ਵਿੱਚ ਨਿਰਤ ਰੂਪ ਆ, ਨਿਰਤ ਦੇ ਵਿੱਚ ਕੀ ਹੁੰਦਾ ਹੈ? ਹੱਥ ਪੈਰ ਹਿਲਦੇ ਨੇ, ਗੀਤਾਂ ਦੇ ਹਾਵ ਭਾਵ ਅਨੁਸਾਰ ਹੱਥ ਪੈਰ ਹਿਲਾ ਕੇ ਹਾਵ ਭਾਵ ਪ੍ਰਗਟ ਕਰਦੇ ਨੇ, ਇਹ ਵੀ ਨਿਰਤ ਹੈ। ਤੇ ਨਿਰਤ ਇੱਕ ਪਾਠ ਵੀ ਮੰਨਿਆ ਗਿਆ ਹੈ। ਚਾਰਾਂ ਵੇਦਾਂ ਦੇ ਵਿੱਚੋਂ ਮੇਰੇ ਖਿਆਲ ਨਾਲ ਜੇ ਭੁਲੇਖਾ ਨਾ ਖਾਵੇ ਦਾਸ, ਸਾਮ ਵੇਦ, ਉਹ ਜਦੋਂ ਪੜ੍ਹੀਦਾ ਨਾ ਸਾਮ ਵੇਦ, ਉਦੋਂ ਬੋਲੀਦਾ ਨਹੀਂ ਆ, ਉਦੋਂ ਹੱਥਾਂ ਨੂੰ ਉੱਤੇ ਥੱਲੇ ਕਰੀਦਾ ਹੈ। ਨਿਰਤ ਦਾ ਅਰਥ ਜਦੋਂ ਵੇਦ ਪਾਠੀ ਸਾਮ ਵੇਦ ਦਾ ਪਾਠ ਕਰੇ, ਜੇ ਭੁਲੇਖਾ ਨਾ ਖਾਵਾਂ ਚਾਰਾਂ ਵੇਦਾਂ 'ਚੋਂ ਇੱਕ ਵੇਦ, ਉਹਦੇ ਨਾਲ ਹੱਥਾਂ ਦੇ ਹਾਵ ਭਾਵ ਕਰਨੇ ਨੇ। ਹੁਣ ਉਹ ਵੀ ਹੈ, ਪਰ ਉਧਰ ਕਿਸੇ ਦਾ ਧਿਆਨ ਨਹੀਂ ਆ, ਨੱਚਣ ਟੱਪਣ ਵਾਲੇ ਨ੍ਰਿਤ ਵੱਲ ਸਾਰਿਆਂ ਦਾ ਧਿਆਨ ਹੈ। ਤਾਂ ਨਮੋ ਨ੍ਰਿਤ ਨ੍ਰਿਤੇ ਜੇ ਹੋਰ ਵੀ ਦੇਖਿਆ ਜਾਵੇ ਤਾਂ ਸੰਤਾਂ ਨੇ ਸੁਰਤੇ ਮਾਹੇ ਜੋ ਨਿਰਣੇ ਕਰਤੇ, ਨਿਰਤ ਦਾ ਅਰਥ ਨਿਰਣਾ ਵੀ ਆ, ਵਿਚਾਰ ਕਰਨੀ, ਕਿਸੇ ਗੱਲ ਦਾ ਤਾਤਪਰਜ ਕੱਢਣਾ, ਨਿਚੋੜ ਕੱਢਣਾ, ਕਿਸੇ ਵਿਚਾਰ ਦੇ ਅੰਤ ਤੱਕ ਜਾਣਾ, ਉਹਨੂੰ ਵੀ ਨਿਰਤ ਕਹਿ ਦਿੰਦੇ। ਤਾਂ ਨਮੋ ਨ੍ਰਿਤ ਨ੍ਰਿਤੇ, ਹੇ ਵਾਹਿਗੁਰੂ, ਨ੍ਰਿਤਕਾਰੀ ਜੇ ਪਹਿਲਾ ਅਰਥ ਹੀ ਰੱਖੀਏ ਸਿੰਪਲ ਵੀ ਨੱਚਣ ਵਾਲੇ, ਨੱਚਣ ਦੀ ਕਿਰਿਆ ਵਿੱਚ ਨਿਰਤ ਰੂਪ, ਕਿਉਂਕਿ ਇਹ ਹੱਥ ਪੈਰ ਕਿਹਦੇ ਆਸਰੇ ਹਿਲਦੇ ਆ, ਇਹ ਜ਼ਬਾਨ ਕਿਹਦੇ ਆਸਰੇ ਬੋਲਦੀ ਹੈ, ਅੱਖਾਂ ਕਿਹਦੇ ਆਸਰੇ ਦੇਖਦੀਆਂ ਨੇ, ਤੇਰੇ ਹੱਥ ਪੈਰ ਕਿਹਦੇ ਆਸਰੇ ਹਿੱਲਣਗੇ, ਉਹ ਜਿਹੜਾ ਨ੍ਰਿਤ ਦਾ ਨ੍ਰਿਤ ਰੂਪ ਹੈ ਉਸ ਦੇ ਤਾਂ ਹੀ ਨਮਸਕਾਰ ਹੈ, ਜਿਹਦੇ ਕਰਕੇ ਹੱਥ ਪੈਰ ਹਿਲਦੇ ਪਏ। ਕਹੂੰ ਨ੍ਰਿਤ ਵਿਦਿਆ, ਕਹੂੰ ਨਾਗ ਬਾਨੀ, ਕਹੂੰ ਗਾਰੜੂ ਗੂੜ ਕਥੇ ਕਹਾਣੀ। ਦਸਵੇਂ ਪਾਤਸ਼ਾਹ ਨੇ ਤੇ ਇਦਾਂ ਦੀਆਂ ਪੰਕਤੀਆਂ ਬਹੁਤ ਲਿਖੀਆਂ ਨੇ ਕਮਾਲ ਦੀਆਂ। ਕਹੂੰ ਗੀਤ ਕੇ ਗਵਈਆ, ਮਹਾਰਾਜ ਕਹਿੰਦੇ ਗੀਤ ਗਾਉਣ ਵਾਲਾ ਵੀ ਤੂੰ ਹੀ। ਕਹੂੰ ਬੇਨ ਕੇ ਬਜਈਆ, ਸੰਤ ਜਿਹੜੇ ਹੁੰਦੇ ਨੇ ਸਭਨਾਂ ਦਾ ਭਲਾ ਕਰਦੇ, ਕੋਈ ਆ ਜੇ ਇਹਨਾਂ ਕੋਲ ਹਰੇਕ ਦਾ ਇਹ ਭਲਾ ਮਨਾਉਂਦੇ ਆ। ਮਹਾਤਮਾ ਕਿਸੇ ਦਾ ਬੁਰਾ ਨਹੀਂ ਕਰਦੇ। ਜਿਹੜੇ ਸ਼੍ਰੀਮਾਨ ਸੰਤ ਬਾਂਹ ਹਰਨਾਮ ਸਿੰਘ ਜੀ ਸੀ ਨਾ, ਡੇਰਾ ਰੂਮੀ ਭੁੱਚੋ ਕਲਾਂ ਵਾਲੇ, ਬਠਿੰਡੇ ਦੇ ਵਿੱਚ ਇੱਧਰ ਦੇ ਇਲਾਕੇ 'ਚ, ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਜੀ ਦੇ ਜਿਹੜੇ ਮੁਰਸ਼ਦ ਸਨ, ਗੁਰਦੇਵ ਸਨ, ਉਹਨਾਂ ਪਾਸ ਇੱਕ ਗੀਤਕਾਰ ਚਲੇ ਗਿਆ। ਹੁਣ ਪੁਰਾਣੇ ਜਿਹੜੇ ਗੀਤ ਹੁੰਦੇ ਸੀ ਉਹ ਇੱਦਾਂ ਦੇ ਨਹੀਂ ਹੁੰਦੇ ਸੀ ਜਿੰਨਾ ਗੰਦ ਅੱਜ ਵਗਦੇ ਆ, ਇੱਦਾਂ ਦੀ ਗੱਲ ਨਹੀਂ ਸੀ ਹੁੰਦੀ ਪਹਿਲਾਂ। ਗੀਤਾਂ ਦੇ ਵਿੱਚ ਵੀ ਫਰਕ ਹੈ। ਉਹ ਬੜੇ ਸਿੱਖਿਆਦਾਇਕ ਹੁੰਦੇ ਸੀ। ਤੇ ਤੁਸੀਂ ਕਮਾਲ ਦੀ ਗੱਲ ਇਹ ਹੈ ਵੀ ਜਿਹੜਾ ਆਪਾਂ ਸ਼ਬਦ ਪੜ੍ਹਦੇ ਨਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕਈ ਦਸਮ ਦੇ ਸਰੂਪਾਂ ਵਿੱਚ ਇਹਦੇ ਉੱਤੇ ਸਰਲੇਖ ਗੀਤ ਆਵੇਗਾ। ਤਾਂ ਵਾਹਿਗੁਰੂ ਦੀ ਉਸਤਤ ਵੀ ਗੀਤ ਹੈ। ਜਿਵੇਂ ਸੰਸਕ੍ਰਿਤ ਦੇ ਵਿੱਚ ਜਿਹੜੇ ਭਗਵਾਨ ਦੇ ਬੋਲ ਨੇ, ਉਹਨੂੰ ਕੀ ਕਹਿ ਦਿੱਤਾ, ਅਰਜਨ ਨੂੰ ਦਿੱਤੇ ਗੀਤ ਗੀਤਾ, ਉਹ ਗੀਤਾ ਵਾ, ਗੀਤ ਨੇ। ਬ੍ਰਹਮ ਗਿਆਨ ਦਾ ਉਪਦੇਸ਼ ਲੋਕ ਜਾਣੈ, ਇਹੋ ਗੀਤ ਹੈ ਤੋਂ ਬ੍ਰਹਮ ਵਿਚਾਰ। ਤਾਂ ਉਹ ਸੰਤ ਉਹਨਾਂ ਨੂੰ ਆਣ ਕੇ ਇੱਕ ਗੀਤਕਾਰ ਜਿਹੜਾ ਗਾਉਂਦਾ ਹੁੰਦਾ ਸੀ ਨਾ ਸਟੇਜਾਂ ਤੇ, ਉਹਨੇ ਤੂੰਬੀ ਜੀ ਚੁੱਕੀ ਫਿਰਦੀ, ਤੇ ਬਾਬਾ ਜੀ ਨੂੰ ਆਣ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਤੇ ਸੁਣਦਾ ਹੀ ਕੋਈ ਨਹੀਂ ਆ, ਨਾ ਰੁਪਈਆ ਚੜ੍ਹਦਾ ਨਾ ਕੋਈ ਪੈਸਾ ਚੜ੍ਹਦਾ, ਮੇਰੀ ਰੋਟੀ ਕਿੱਦਾਂ ਚੱਲੂਗੀ। ਹੁਣ ਮਹਾਤਮਾ ਤੇ ਸਾਰਿਆਂ ਦਾ ਹੀ ਭਲਾ ਕਰਦੇ, ਕੋਈ ਆ ਜੇ। ਸੰਤ ਕਹਿੰਦੇ ਜਦੋਂ ਗਾਉਣਾ ਹੁੰਦਾ ਨਾ, ਖੁੱਭ ਕੇ ਗਾਇਆ ਕਰ। ਅੱਜ ਕੱਲ੍ਹ ਵਰਗੇ ਗੀਤ ਨਹੀਂ, ਪੁਰਾਣੇ ਸਮੇਂ ਦੀਆਂ ਗੱਲਾਂ ਨੇ, ਰਾਸਾਂ ਪੈਂਦੀਆਂ ਨੇ, ਖੁੱਭ ਕੇ ਗਾਇਆ ਕਰ।
ਤੇ ਭੁੱਲ ਜਿਆ ਕਰ ਵੀ ਕਿੱਥੇ ਬੈਠਾ ਵਾਂ, ਕਿੱਥੇ ਖਲੋਤਾ ਵਾਂ। ਜਦੋਂ ਸਟੇਜ ਤੇ ਚੜ੍ਹ ਕੇ ਗਾਉਣ ਲੱਗਾ, ਭੁੱਲ ਜਿਆ ਕਰ ਵੀ ਕਿੱਥੇ ਖਲੋਤਾ ਵਾਂ। ਜਿੱਦਣ ਤੂੰ ਭੁੱਲਣ ਲੱਗ ਪਏਗਾ ਨਾ ਆਪਣੇ ਆਪ ਨੂੰ ਗਾਉਂਦਾ ਗਾਉਂਦਾ, ਉਦਣ ਤੈਨੂੰ ਅੱਗੇ ਸੁਣਨ ਵਾਲੇ ਵੀ ਭੁੱਲਣ ਲੱਗ ਪੈਣਗੇ ਵੀ ਕਿੱਥੇ ਬੈਠੇ ਆ, ਕਦੋਂ ਦੇ ਬੈਠੇ ਆ। ਬੜਾ ਖੁਸ਼ ਹੋਇਆ, ਕਹਿੰਦਾ ਮੈਂ ਤੇ ਸੋਚਦਾ ਸੀ ਵੀ ਤੁਸੀਂ ਮੈਨੂੰ ਊਂ ਹੀ ਭਜਾ ਦੇਣਾ ਵਾ, ਵੀ ਸਾਨੂੰ ਹੋਰ ਕੋਈ ਕੰਮ ਨਹੀਂ, ਹੁਣ ਮੈਂ ਤੈਨੂੰ ਦਸੀਏ ਵੀ ਕਿੱਦਾਂ ਗਾਈਦਾ ਵਾ, ਵੀ ਮੈਂ ਇਹ ਕੰਮ ਕਰਦਾ ਰਿਹਾ ਕਿ ਰੱਬ ਦੀ ਬੰਦਗੀ ਕਰਦਾ ਰਿਹਾ। ਪਰ ਸੰਤ ਤੇ ਸਾਰਿਆਂ ਦਾ ਹੀ ਭਲਾ ਕਰਦੇ। ਹੁਣ ਇਹਦਾ ਜੇ ਨਿਚੋੜ ਕੱਢੀਏ, ਰੱਬ ਵਾਲੇ ਪਾਸੇ ਲਾਈਏ, ਤਾਂ ਪਾਠ ਕਰਦਿਆਂ ਸਾਨੂੰ ਘੜੀ ਨਹੀਂ ਭੁੱਲਦੀ। ਕੀਰਤਨ ਕਰਦਿਆਂ ਅਸੀਂ ਘੜੀ ਸਾਹਮਣੇ ਰਖਾਉਣੀ ਹੁੰਦੀ ਆ, ਵੀ ਜੇ 5-10 ਮਿੰਟ ਉੱਤੇ ਥੱਲੇ ਹੋ ਜੇ ਤੇ ਅਗਲਾ ਕਥਾਵਾਚਕ, ਅਗਲਾ ਰਾਗੀ ਜਾਂ ਅਗਲਾ ਪਾਠੀ ਤੇ ਇਦਾਂ ਵੇਖੀਦਾ ਮਹਾਰਾਜ ਦੀ ਤਾਬਿਆ ਬੈਠਾ ਵੀ ਇਹਦੀ ਜਾਨ ਕੱਢਦਾ, ਫੜ ਕੇ ਆਵੇ ਸਹੀ ਮੇਰੇ ਹੱਥ 'ਚ। ਰੱਬ ਦੇ ਨਾਂ ਨੂੰ ਗਾਉਣਾ ਤੇ ਭੁੱਲ ਜਾਣਾ ਆਪਣੇ ਆਪ ਨੂੰ, ਇਹ ਅਸਲੀ ਭਗਤੀ ਬਣ ਜਾਂਦੀ ਹੈ, ਬੰਦਗੀ ਬਣ ਜਾਂਦੀ। ਮਹਾਰਾਜ ਕਹਿੰਦੇ ਕਹੂੰ ਗੀਤ ਕੇ ਗਵਈਆ, कहूँ बेन के वजैया, कहूँ नृत के नचैया, कहूँ नारको कार हो। सतगुरु जी की बाणी भरी पई है। ते धन गुरु ग्रंथ साहिब च भी आउंदा, राम को निरतकारी, पेखै पेखन हार दयाला, जेते साज सिगारी। ये सारी राम की निरतकारी है, ये वाहिगुरु की निरतकारी है। चलो जे फिर भी कोई जिद करे ना, ते फिर बाणी पढ़ लियो किते, माया माटी को पुतरा कैसे नचत है। ये भी एक अर्थ है, जिहड़ा पैसे पिछे भजे फिरदा ना सारी दिहाड़ी रात दिन, ये पैसे पिछे नचना वा सज्जणा, नचदे सारे ही पए। तां इहदे बड़े अर्थ कीते ने बाणी ने। ये जिहड़ा निरत शब्द आ ना, नमो निरत निरते, इहदे बड़े बड़े अर्थ महापुरुषां ने कीते ने, गुरबाणी ने कीते ने। ते असली इहदा भाव की आ भी जिहड़ा साडा शरीर है, ये किहदी शक्ति ते हरकत करदा वा। जिहड़ी शक्ति दे उत्ते हरकत करदा पिया है उहनूं देखना। जिवें भाई गुरदास साहब महाराज सच्चे पातशाह कहंदे ना, सूत है, कपाह तो सूत बनिया, उतों ताणा पेटा, ताणे पेटे तो कपड़ा। हुण जदों वो कपड़ा बन गया तो उहदे कई नां हो गए, खासा, मलमल, सिरी साफ, तन सुख, मानू भाउण वाला। पर सियाणे बंदे नूं पता है भी विच कपड़ा ही अपने की है, अपने कपाह ही है। हुण कपाह तो सूत, सूत तो ताणा पेटा, बस्तर बन गया, बस्तर तो हुण किन्ने नां हो गए, पग, दुपट्टा, चोला, पटका, परवाणा। भाई गुरदास साहब जी लिखते ना, खासा, मलमल, सरी साहब, तन सुख मन भाणा, पग दुपट्टा चोलना, पटका परवाणा। पर सियाणे बंदे नूं पता वा कि आपे आप वरतदा गुरमुख रंग माणा। इहदे विच जिन्नी यात्रा कपाह दी आ, कपाह ही वरतदी पई आ। इदां ही गुरु के प्यारे भाई गुरदास साहब कहंदे, सूत दा दृष्टांत कि वाहिगुरु ही सारे शरीरां विच वरतदा पिया है। जां दूसरी उन्होंने उदाहरण दिती है भी जिवें गन्ना कोलू दे विच पीड़िया गया, हुण किसे ने ते उहदा गुड़ बनाया, रोड़ियां बनाईयां, किसे ने शक्कर बना ली, किसे ने उहदी खंड बनाई, फिर अगे कली कंद, फिर वो मठियाई दे विच पिया। तां ये जिन्नी यात्रा है ये सारी गन्ने दी है। हुण नाम किन्ने बन गए, गुड़, शक्कर, मिश्री, कली कंद, मठियाई, मिठा। पर गुरमुख की जानदा, आपे आप वरतदा गुरमुख सुखाला। ये सारी यात्रा गन्ने दी है। इदां वाहिगुरु ही सारे शरीरां विच वरतदा पिया है। किते कोई नाम है, किते कोई नाम है। चलो इत्थे हुण समा काफ़ी इस तुक ते होई जांदा। नृत दे विच भी नृत रूप, चंद्रमा दे विच भी चंद्रमा रूप, सूरज दे विच भी सूरज रूप। नमो नाद नादे
ਨਾਦ ਦਾ ਵਿਦਵਾਨਾਂ ਨੇ ਅਰਥ ਕੀਤਾ ਸ਼ਬਦ ਤੇ ਧੁਨੀ, ਧੁਨ ਤੇ ਸ਼ਬਦ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਨਾਦ ਦੇ ਮੁੱਖ ਦੋ ਭੇਦ ਮੰਨੇ ਨੇ। ਇੱਕ ਧੁਨੀ ਰੂਪ, ਜਿਵੇਂ ਘੰਟੇ ਦੀ ਆਵਾਜ਼, ਨਗਾਰੇ ਦੀ ਆਵਾਜ਼, ਤੇ ਦੂਸਰਾ ਉਹਨਾਂ ਨੇ ਮੰਨਿਆ ਵਰਣ ਰੂਪ, ਜਿਵੇਂ ਬੰਦੇ ਦੀ ਬੋਲੀ। ਹੇ ਅਕਾਲ ਪੁਰਖ ਜੀ, ਜੇ ਨਾਦ ਦਾ ਅਰਥ ਕਰੀਏ ਸ਼ਬਦ, ਤਾਂ ਤੂੰ ਨਾਦ ਸ਼ਬਦ ਵਿੱਚ ਨਾਦੇ ਸ਼ਬਦ ਰੂਪ ਹੈ, ਤੈਨੂੰ ਮੇਰੀ ਨਮਸਕਾਰ ਹੈ। ਵਿਦਵਾਨਾਂ ਨੇ ਸ਼ਬਦ ਦੀਆਂ ਬਿਰਤੀਆਂ ਮੰਨੀਆਂ ਨਾ, ਜਿਵੇਂ ਲਕਸ਼ਣਾ ਬਿਰਤੀ ਹੈ, ਉਹਦੇ ਵੀ ਕਈ ਭੇਦ ਨੇ, ਜਹਿਤੀ ਅਜਹਿਤੀ। ਤਾਂ ਸ਼ਬਦ ਦੀ ਉਹ ਸ਼ਕਤੀ ਜਿਹੜੀ ਸ਼ਬਦ ਦਾ ਗਿਆਨ ਕਰਾਉਂਦੀ, ਜਿਵੇਂ ਪਾਣੀ ਕਿਹਾ ਸਾਨੂੰ ਪਾਣੀ ਦਾ ਗਿਆਨ ਹੋ ਜਾਂਦਾ ਹੈ, ਰੋਟੀ ਕਿਹਾ ਸਾਨੂੰ ਰੋਟੀ ਦਾ ਗਿਆਨ ਹੋ ਜਾਂਦਾ, ਇਹ ਸ਼ਬਦ ਦੇ ਵਿੱਚ ਸ਼ਬਦ ਦੀ ਸ਼ਕਤੀ। ਤਾਂ ਜਿਹੜੀ ਵਸਤੂ ਸ਼ਬਦ ਦੇ ਵਿੱਚ ਬੈਠੀ ਸ਼ਬਦ ਦਾ ਅਸਰ ਪਾਉਂਦੀ ਪਈ ਆ, ਉਹ ਕੌਣ ਹੈ? ਵਾਹਿਗੁਰੂ ਹੈ। ਦੇਖੋ ਕਿੰਨੀ ਬਰੀਕ ਨਿਗਾਹ ਹੋਊਗੀ 10ਵੇਂ ਪਾਤਸ਼ਾਹ ਦੀ। ਜਿਸ ਸ਼ਬਦ ਦੇ ਵਿੱਚ ਵਾਹਿਗੁਰੂ ਬੈਠਾ, ਉਹਦਾ ਤੇ ਅਸਰ ਪਵੇਗਾ, ਉਹ ਤਾਂ ਜੀਵਨ ਪਲਟ ਦੇਗਾ, ਬਦਲ ਦੇਗਾ। ਤੇ ਇਹ ਫੋਕੇ ਸ਼ਬਦ ਕੀ ਦੁਨਿਆਵੀ ਸ਼ਬਦ, ਇਹ ਤਾਂ ਕੱਚੀ ਬਾਣੀ ਆ ਸਾਰੀ। ਇਹਨਾਂ ਦਾ ਕੀ ਐਵੇਂ ਗੀਤ ਗਾਣੇ ਜੇ ਸਵਾਦ ਜੇ ਹੈਗੇ, ਇੱਕ ਵਾਰੀ ਸੁਣੇ, ਦੋ ਵਾਰੀ ਸੁਣੇ, ਬਾਅਦ 'ਚ ਫਿੱਕੇ ਲੱਗਣ ਲੱਗ ਪੈਂਦੇ, ਫਿਰ ਹੋਰ ਕੋਈ ਖਾਓ, ਹੋਰ ਕੋ ਸੁਣੋ, ਹੋਰ ਕੋ ਪੀਓ। ਤਾਂ ਸ਼ਬਦ ਦੇ ਵਿੱਚ ਕੌਣ ਉਹ ਸ਼ਬਦ ਸ਼ਕਤੀ ਬੈਠੀ ਆ ਜਿਹੜੀ ਅਸਰ ਕਰਦੀ ਆ, ਜੀਵਨ ਹੀ ਬਦਲ ਦਿੰਦੀ ਹੈ। ਕਬੀਰ ਸਤਿਗੁਰ ਸੂਰਮੈ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇ ਜੇ ਸ਼ੇਕ। ਜੀਵਨ ਹੀ ਬਦਲਦਾ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਤਾਂ ਨਾਦ ਸ਼ਬਦ ਦੇ ਵਿੱਚ ਸ਼ਬਦ ਰੂਪ, ਉਹ ਸ਼ਕਤੀ ਰੂਪ ਪਰਮੇਸ਼ਰ ਵਾਹਿਗੁਰੂ ਜੀ ਦੇ ਤਾਂ ਹੀ ਨਮੋ ਨਮਸਕਾਰ ਹੈ। ਜਾਂ ਫਿਰ ਨਾਦ ਮੈਨੇ ਧੁਨੀ ਰੂਪ, ਜਿਵੇਂ ਨਗਾਰਿਆਂ ਦੀਆਂ ਧੁਨੀਆਂ ਨੇ, ਸ਼ੰਖਾਂ ਦੀਆਂ ਧੁਨੀਆਂ ਨੇ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਜਿਹੜੇ ਤੇਰੇ ਭਗਤ ਜਨ ਨੇ, ਉਹ ਤੇਰੇ ਗੁਣਾਂ ਨੂੰ ਰਾਗ ਦੀ ਨਾਦ ਮੈਨੇ ਧੁਨ ਦੇ ਵਿੱਚ ਪਾ ਕੇ, ਰਾਗ ਦੀ ਨਾਦ ਧੁਨ ਦੇ ਵਿੱਚ ਪਾ ਕੇ ਨਾਦੇ ਅਲਾਪ ਕਰਦੇ ਆ, ਅਲਾਪਚਾਰੀ ਕਰਦੇ ਨੇ। ਤੇਰੇ ਗੁਣਾਂ ਨੂੰ ਸੰਗੀਤ ਵਿੱਚ ਪਾ ਕੇ ਉਹ ਗਾਉਂਦੇ ਨੇ। ਇਸ ਕਰਕੇ ਮਹਾਰਾਜ ਨੇ ਦੇਖੋ ਕੀਰਤਨ ਦੀ ਕਿੱਡੀ ਵੱਡੀ ਮਹਿਮਾ ਕਥਨ ਕੀਤੀ। ਸਤਿਗੁਰੂ ਕੀ ਕਹਿੰਦੇ ਨੇ? ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਮੋ ਨਾਦ ਨਾਦੇ। ਤੇਰੇ ਭਗਤ ਤੇਰੇ ਸੰਤ ਨਾਦ ਮੈਨੇ ਰਾਗ ਦੀ ਧੁਨ ਵਿੱਚ ਉਹਨੂੰ ਪਾ ਕੇ ਨਾਦੇ ਅਲਾਪਦੇ ਆ, ਗਾਉਂਦੇ ਆ, ਤੇਰੀ ਉਸਤਤ ਕਰਦੇ ਹਨ। ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ, ਜਿਹੜਾ ਨਾਦ ਦਾ ਵੀ ਨਾਦ ਰੂਪ ਹੈ। ਨਮੋ ਪਾਨ ਪਾਨੇ। ਪਾਨ ਸ਼ਬਦ ਦੇ ਬਹੁਤ ਜ਼ਿਆਦਾ ਅਰਥ ਨੇ, ਉਹਦੇ ਵਿੱਚੋਂ ਆਪਾਂ ਕੁਝ ਮੁੱਖ ਅਰਥ ਵਿਚਾਰ ਦੇ ਵਿੱਚ ਸੱਚੇ ਪਾਤਸ਼ਾਹ ਦੀ ਉਸਤਤ ਵਿੱਚ ਵਰਤਦੇ ਹਾਂ। ਪਾਨ ਦਾ ਅਰਥ ਹੱਥ ਵੀ ਹੈ, ਪਾਨ ਦਾ ਅਰਥ ਪਾਨ ਦਾ ਪੱਤਾ ਵੀ ਹੈ, ਪਾਨ ਦਾ ਅਰਥ ਸ਼ੋਭਾ ਵੀ ਹੈ, ਵਡਿਆਈ ਵੀ ਹੈ। ਪਾਨ ਦਾ ਅਰਥ ਫਾਰਸੀ ਦੇ ਵਿੱਚ ਪਾਨ ਦਾ ਪੱਤਾ, ਹਿੰਦੀ 'ਚ ਨਾਗਰ ਬੇਲ ਦਾ ਪੱਤਾ, ਤੰਬੂਲ। ਤੇ ਪਾਨ ਕਿਰਿਆ ਵੀ ਹੈ, ਪੀਣਾ ਕਿਸੇ ਚੀਜ਼ ਨੂੰ ਪਾਨ ਕਰ ਲਓ ਜੀ, ਕੋਈ ਚੀਜ਼ ਪੀ ਲਓ, ਕੋਈ ਖਾ ਲਓ। ਤਾਂ ਨਮੋ ਪਾਨ ਪਾਨੇ। ਹੇ ਅਕਾਲ ਪੁਰਖ, ਪਾਨ ਦਾ ਅਰਥ ਕੀ? ਸ਼ੋਭਾ, ਵਡਿਆਈ। ਸ਼ੋਭਾ ਦੀ ਵੀ ਪਾਨੇ ਸ਼ੋਭਾ। ਜਿਵੇਂ ਮਹਾਰਾਜ ਕਹਿੰਦਾ ਮੇਰੇ ਲਾਲਨ ਕੀ ਸ਼ੋਭਾ, ਦੁਨਿਆਵੀ ਸ਼ੋਭਾ ਉਹਦੇ ਸਾਹਮਣੇ ਕੀ ਆ? ਕੁਝ ਵੀ ਨਹੀਂ। ਗੁਰੂ ਸਾਹਿਬ ਦੇ ਤੇਜ ਪ੍ਰਤਾਪ ਅੱਗੇ ਭੀਮ ਚੰਦ ਐਵੇਂ ਥੋੜ੍ਹੀ ਝੁਕ ਗਿਆ ਸੀ, ਜਿੱਡੀ ਵੱਡੀ ਉਹਨਾਂ ਦੀ ਸ਼ੋਭਾ ਸੀ, ਤੇਜ ਪ੍ਰਤਾਪ ਸੀ, ਉਹਦੇ ਅੱਗੇ ਕੁਝ ਵੀ ਨਹੀਂ, ਫਿੱਕਾ ਪੈ ਗਿਆ। ਜਿਵੇਂ ਸੂਰਜ ਸਾਹਮਣੇ ਟਟਹਿਣਾ ਜਾਂ ਦੀਵੇ ਦੀ ਜੋਤ। ਤਾਂ ਉਹ ਸ਼ੋਭਾ ਦੀ ਵੀ ਸ਼ੋਭਾ ਹੈ। ਜਿਵੇਂ ਮਹਾਰਾਜ ਕਹਿੰਦੇ ਨਾ, ਬਨ ਤਨ ਮਹੀਪ ਜਲ ਥਲ ਮਹਾਨ, ਜਹਿਤ ਹੈ ਪ੍ਰਸੋਹ ਕਰਣਾ ਨਿਧਾਨ, ਜਗਮਗਤ ਤੇਜ ਪੂਰਨ ਪ੍ਰਤਾਪ, ਅੰਬਰ ਜ਼ਮੀਨ ਜੇ ਜਪਤ ਜਾਪ। ਤਾਂ ਹੇ ਸੱਚੇ ਪਾਤਸ਼ਾਹ, ਆਪਦੇ ਤਾਂ ਹੀ ਨਮਸਕਾਰ ਹੈ, ਕਿਉਂਕਿ ਜਿੰਨੀ ਪਰਮੇਸ਼ਰ ਦੀ ਸੁਹੱਪਣ ਸੋਹਣਾ ਵਾ, ਸ਼ੋਭਾ ਹੈ, ਇੰਨੀ ਕਿਸੇ ਦੀ ਵੀ ਨਹੀਂ।
ਤਾਂ ਦੁਨਿਆਵੀ ਸੁੰਦਰਤਾ ਨੂੰ ਵੀ ਸੁੰਦਰਤਾ ਦੇਣ ਵਾਲਾ ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ, ਸ਼ੋਭਾ ਦੀ ਵੀ ਸ਼ੋਭਾ। ਨਮੋ ਪਾਨ ਪਾਨੇ, हे ਅਕਾਲ ਪੁਰਖ ਜੀ, ਪਾਨ ਆਗਿਆ ਕਰਨ ਵਾਲੇ, ਹੁਕਮ ਕਰਨ ਵਾਲੇ, ਉਹਨਾਂ ਦੇ ਉੱਪਰ ਵੀ ਤੇਰੀ ਪਾਨੇ ਆਗਿਆ ਚੱਲ ਰਹੀ ਹੈ। ਤੇਰੇ ਤਾਈਂ ਸੱਚੇ ਪਾਤਸ਼ਾਹ ਨਮਸਕਾਰ ਹੈ। ਨਮੋ ਬਾਦ ਬਾਦੇ, ਬਾਦ ਕਹਿੰਦੇ ਚਰਚਾ ਨੂੰ, ਵਿਚਾਰ ਨੂੰ। हे ਅਕਾਲ ਪੁਰਖ ਜੀ, ਤੂੰ ਹੀ ਬਾਦ ਚਰਚਾ ਵਿੱਚ ਉੱਤਮ ਬ੍ਰਹਮ ਗਿਆਨ ਦੀ ਬਾਦੇ ਚਰਚਾ ਹੋ। ਜਿੰਨੀਆਂ ਦੁਨਿਆਵੀ ਚਰਚਾ ਨੇ, ਇਹਨਾਂ ਵਿੱਚੋਂ ਸਭ ਤੋਂ ਸੁੰਦਰ, ਮਨ ਨੂੰ ਠੰਡ ਪਾਉਣ ਵਾਲੀ, ਸ਼ਾਂਤ ਕਰਨ ਵਾਲੀ ਬ੍ਰਹਮ ਗਿਆਨ ਦੀ ਚਰਚਾ ਹੈ, ਵਿਚਾਰ ਹੈ। ਤਾਂ ਐਸੇ ਬ੍ਰਹਮ ਗਿਆਨ ਦੀ ਚਰਚਾ ਸਰੂਪ ਵੀ ਤੁਸੀਂ, ਉਹ ਜਿਹੜੀ ਸਤਸੰਗ ਦੇ ਵਿੱਚ ਚਰਚਾ ਹੁੰਦੀ ਹੈ, ਵਿਚਾਰ ਹੁੰਦੀ ਹੈ ਰੱਬ ਦੀ, ਨਾਮ ਦੀ, ਸੇਵਾ ਦੀ, ਸਿਮਰਨ ਦੀ, ਇਹ ਬ੍ਰਹਮ ਗਿਆਨ ਦੀ ਚਰਚਾ ਹੈ। ਤਾਂ ਐਸੇ ਬ੍ਰਹਮ ਗਿਆਨ ਦੀ ਚਰਚਾ ਰੂਪ ਹੋ। ਇਸ ਕਰਕੇ ਆਪ ਜੀ ਤੇ ਤਾਈ ਨਮੋ ਨਮਸਕਾਰ ਹੈ। ਕਹੂੰ ਬ੍ਰਹਮਵਾਦ, ਕਹੂੰ ਵਿਦਿਆ ਕੋ ਵਿਖਾਦ, ਕਹੂੰ ਨਾਦ ਕੋ ਨਦਾਦ, ਕਹੂੰ ਪੂਰਨ ਭਗਤ। ਤਾਂ ਹਰ ਚੀਜ਼ ਦੇ ਵਿੱਚ ਕੌਣ ਬੈਠਾ ਹੈ? ਵਾਹਿਗੁਰੂ ਪਰਮੇਸ਼ਰ ਜੀ ਬੈਠੇ ਹਨ, ਹਰ ਥਾਂ ਤੇ ਹਾਜ਼ਰ ਹਨ। ਹਰ ਚੀਜ਼ ਦਾ ਮੂਲ ਉਹੀ ਨੇ, ਬਾਹਰੋਂ ਜੋ ਮਰਜ਼ੀ ਹੋਵੇ। ਅਨੰਗੀ ਅਨਾਮੇ ਸਮਸਤੀ ਸਰੂਪੇ, हे ਅਕਾਲ ਪੁਰਖ ਜੀ, ਅਨ ਅੰਗੀਤ, ਆਪ ਅੰਗਾਂ ਤੋਂ ਰਹਿਤ, ਜਿਵੇਂ ਹੱਥ ਪੈਰ ਆਦਿਕ। ਅਨਾਮੇ, ਤੇਰਾ ਕੋਈ ਖਾਸ ਨਾਮ ਨਹੀਂ ਹੈ। ਭਾਵ ਪਰਮੇਸ਼ਰ ਹਰ ਪ੍ਰਕਾਰ ਦੀ ਕਲਪਨਾ ਤੋਂ ਰਹਿਤ ਹੈ, ਤਿਰਗੁਣ ਅਤੀਤ ਹੈ, ਜੋਤੀ ਸਰੂਪ ਹੈ। ਹੁਣ ਇੱਥੇ ਸਵਾਲ ਪੈਦਾ ਹੋ ਸਕਦਾ, ਫਿਰ ਇਹ ਜਿਹੜੇ ਨਾਮ ਤੁਸੀਂ ਆਪਾਂ ਰੋਜ਼ ਜਾਪ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਤੁਸੀਂ ਵਿਚਾਰੇ ਇਹ ਕਰਮ ਨਾਮ ਨੇ ਉਹਦੇ, ਜਿਹੜੇ ਉਹਨੇ ਕਰਮ ਕੀਤੇ, ਕਿਰਪਾ ਕੀਤੀ, ਕੌਤਕ ਕੀਤੇ, ਲੀਲਾ ਕੀਤੀ, ਅਵਤਾਰ ਧਾਰ ਕੇ, ਉਹ ਜਾਂ ਜਿਹੜੇ ਦਿਖਣ ਦੇ ਵਿੱਚ ਆਉਂਦੇ ਨੇ ਵੀ ਉਹ ਪਾਲਦਾ ਪਿਆ ਹੈ, ਉਹ ਜਨਮ ਦਿੰਦਾ ਹੈ, ਉਹ ਭਗਤਾਂ ਦੀ ਰੱਖਿਆ ਕਰਦਾ, ਉਹ ਨਾਮ ਸਿਰਫ ਇੱਥੇ ਆ ਰਹੇ ਨੇ। ਕਿਉਂ? ਦੋ ਗੱਲਾਂ ਨੇ ਨਾ। ਇੱਕ ਜਗ੍ਹਾ ਮਹਾਰਾਜ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ। ਜਪਜੀ ਸਾਹਿਬ, ਬਹੁਤਾ ਕਰਮ ਲਿਖਿਆ ਨਾ ਜਾਏ। ਉਹਦਾ ਕਰਮ ਹੀ ਏਡਾ ਵੱਡਾ, ਲਿਖੋਗੇ ਕੀ? ਤੇ ਦੂਸਰੇ ਬੰਨੇ ਜੇ ਕੋਈ ਸਵਾਲ ਕਰਦੇ ਵੀ ਆਪਣੇ ਜਾਪ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ, ਜਾਂ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਕੀਰਤਨ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾਪੂਰ ਨਹੀਂ ਕੋਈ ਬੋਲ ਸਕਦਾ। ਪਹਿਲੇ ਛੰਦ 'ਚ, ਛਪੇ ਛੰਦ ਦੇ ਵਿੱਚ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ। ਹੁਣ ਕੀ ਕਹਿੰਦੇ ਮਹਾਰਾਜ? ਰੂਪ ਰੰਗ ਅਰ ਰੇਖ ਭੇ ਕਉ ਕਹਿ ਨਾ ਸਕਤ ਕੇ, ਅਚਲ ਮੂਰਤਨ ਭਉ ਪ੍ਰਕਾਸ਼ ਹਮਿ ਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣੇ, ਤ੍ਰਿਭਵਨ ਮਹੀਪ ਸੁਰ ਨਾਰ ਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤੋ ਸਰਬ ਨਾਮ ਕਥੈ ਕਵਨ, ਤੋ ਸਰਬ ਨਾਮ ਕਥੈ ਕਵਨ। ਇਹਨੂੰ ਜਪਜੀ ਸਾਹਿਬ 'ਚ ਲੱਭਣਾ। ਬਹੁਤਾ ਕਰਮ ਲਿਖਿਆ ਨਾ ਜਾਏ, ਤੋ ਸਰਬ ਨਾਮ। ਉਹ ਦਿਖਣ ਦੇ ਵਿੱਚ ਆਉਂਦੇ ਨੇ, ਸੁਰਤ ਦੇ ਵਿੱਚ ਜਿੰਨੇ ਕੁ ਆਉਂਦੇ ਨੇ, ਉਹ ਆਪ ਜੀ ਦੀ ਸਿਫਤ ਕਰਨ ਵਾਸਤੇ ਉਚਾਰਨ ਕੀਤੇ ਨੇ। ਇਸ ਕਰਕੇ ਜੋਤੀ ਸਰੂਪ ਦਾ ਕੋਈ ਖਾਸ ਨਾਮ ਨਹੀਂ। ਸਿਰਫ ਜਿੰਨੇ ਕੁ ਉਹਨਾਂ ਕਰਮ ਕੀਤੇ, ਉਹ ਲਿਖਣ ਤੇ ਪੜ੍ਹਨ ਦੇ ਵਿੱਚ, ਜੀਵਨ ਸਫਲ ਕਰਨ ਦੇ ਵਿੱਚ, ਉਹ ਨਾਮ ਜਿਹੜੇ ਨੇ ਸਤਿਗੁਰੂ ਨੇ ਕਥਨ ਕੀਤੇ। ਇਸ ਕਰਕੇ ਕਹਿ ਦਿੱਤਾ, ਅਨਾਮੇ, ਤੇਰਾ ਕੋਈ ਖਾਸ ਨਾਮ ਨਹੀਂ। ਸਮਸਤੀ ਸਰੂਪੇ, हे ਅਕਾਲ ਪੁਰਖ ਜੀ, ਸਮਸਤੀ, ਆਪ ਸਰਬ ਰੂਪ, ਤੇਥੋਂ ਵੱਖ ਕੁਝ ਵੀ ਨਹੀਂ। ਜੋ ਦਿਸੇ ਸੋ ਸਗਲ ਤੂੰ ਹੈ। ਹਰ ਜਗ੍ਹਾ ਤੇ ਤੂੰ ਹੀ ਬੈਠਾ ਹੋਇਆ ਹੈ, ਹਰ ਥਾਂ ਤੇ ਤੂੰ ਹੀ ਹਾਜ਼ਰ ਹੈ। ਪਰਭੰਗੀ ਪਰਮਾਥੇ, हे ਅਕਾਲ ਪੁਰਖ ਜੀ, ਤੂੰ ਪਰ ਵਿਸ਼ੇਸ਼ ਕਰਕੇ ਭੰਗੀ ਨਸ਼ਟ ਕਰਨ ਵਾਲਾ ਹੈ। ਪਰਾ ਵਿਸ਼ੇਸ਼ ਕਰਕੇ ਮਾਥੇ, ਜਿਹੜੇ ਦੁਖਦਾਈ ਦੁਸ਼ਟ ਨੇ, ਉਹਨਾਂ ਨੂੰ, ਪਰਮਾਥਿਆਂ ਨੂੰ, ਜਿਹੜੇ ਬਹੁਤੇ ਦੁਸ਼ਟ ਨੇ, ਪਰਾ ਮਾਥੇ ਵਿਸ਼ੇਸ਼ ਕਰਕੇ ਦੁਸ਼ਟ ਨੇ, ਉਹਨਾਂ ਨੂੰ ਪਰਾ ਭੰਗੀ ਵਿਸ਼ੇਸ਼ ਕਰਕੇ ਫਿਰ ਚੰਗੀ ਤਰ੍ਹਾਂ ਹੀ ਫਿਰ ਉਹਨਾਂ ਨੂੰ ਨਸ਼ਟ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ।
ਪਰ ਭੰਗੀ ਪ੍ਰਮਾਥੇ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ, ਚੋਰਨ ਨਰਕ ਘੋਰ ਚਾਲਿਆਨ। ਪਰ ਭੰਗੀ ਪ੍ਰਮਾਥੇ ਦਾ ਅਰਥ ਜਾਂ ਦੂਸਰਾ ਕਰਦੇ ਨੇ, ਹੇ ਅਕਾਲ ਪੁਰਖ ਜੀ, ਤੂੰ ਭੰਗੀ ਨਾਸ ਤੋਂ ਪਾਰ ਪਰੇ ਹੈ। ਪਰ ਭੰਗੀ ਹੈ ਨਾ ਸ਼ਬਦ, ਪਰ ਮੈਨੇ ਵਿਸ਼ੇਸ਼ ਕਰਕੇ, ਤੇ ਪਰ ਦਾ ਅਰਥ ਇਹ ਵੀ ਹੁੰਦਾ ਪਰੇ। ਭੰਗੀ ਮੈਨੇ ਨਾਸ, ਤੁਸੀਂ ਭੰਗੀ ਨਾਸ ਹੋਣ ਤੋਂ, ਖਤਮ ਹੋਣ ਤੋਂ ਪਾਰ ਪਰੇ ਹੋ। ਤੇ ਪ੍ਰਮਾਥੇ, ਹੁਣ ਪ੍ਰਮਾਥੇ ਦਾ ਅਰਥ ਕੀ ਹੁੰਦਾ? ਪਰਮਾਰਥ, ਪਰਮਅਰਥ। ਜਿਵੇਂ ਪੁਰਸ਼ਾਰਥ ਹੁੰਦਾ ਨਾ, ਵੀ ਪੁਰਸ਼ ਦੀ ਅਰਥ ਪਰਮੇਸ਼ਰ ਆ, ਸਾਰ ਵਸਤੂ। ਜਿਹਨੇ ਉਹਨੂੰ ਪ੍ਰਾਪਤ ਕਰ ਲਿਆ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਤੇ ਜਿਹਨੇ ਉਹਨੂੰ ਨਾ ਪ੍ਰਾਪਤ ਕੀਤਾ, ਉਹਨੇ ਸਾਰਾ ਕੁਝ ਮਿਹਨਤ ਕਰਕੇ ਜਾਂ ਫਿਰ ਦੂਸਰੇ ਪਾਸੇ ਠੱਗੀਆਂ ਠੋਰੀਆਂ ਮਾਰ ਕੇ ਇਕੱਠਾ ਕੀਤਾ, ਕੁਝ ਵੀ ਨਾ ਕੀਤਾ, ਕਿਉਂ ਮਨ ਨੂੰ ਸੰਤੋਖ ਨਾ ਆਇਆ। ਤੇ ਜਿਹਨੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਉਹਨੇ ਸਭ ਕੁਝ ਹੀ ਪ੍ਰਾਪਤ ਕਰ ਲਿਆ। ਐਸਾ ਪਰਮਾਰਥ ਸਰੂਪ ਹੈ। ਸਮਸਤੀ ਵਿਭੂਤੇ, ਇਹ ਅਕਾਲ ਪੁਰਖ ਜੀ, ਆਪ ਜੀ ਸਮਸਤੀ ਸੰਪੂਰਨ, ਵਿਭੂਤੇ ਵਿਭੂਤੀ, ਸੰਪਦਾ ਦੇ ਮਾਲਕ ਹੋ। ਕਿਉਂ ਹੋਰ ਜਿੰਨੇ ਸੱਜਣ ਨੇ ਉਹਨਾਂ ਪਾਸ ਧਨ ਦੌਲਤ ਤੇ ਹੈ, ਪਰ ਸੰਪੂਰਨ ਨਹੀਂ। ਉਹਨਾਂ ਨੂੰ ਘਾਟ ਰੜਕਦੀ ਪੈਂਦੀ ਰਹਿੰਦੀ ਹੈ। ਤੁਸੀਂ ਦੇਖਿਆ ਹੋਊਗਾ ਵੀ ਇੱਕ ਚੀਜ਼ ਆ ਜੇ ਤੇ ਫਿਰ ਦੂਜੀ ਦੀ ਇੱਛਾ ਹੋ ਜਾਂਦੀ ਹੈ। ਫਿਰ ਦੂਜੇ, ਜੇ ਕੋਈ ਬੰਦਾ ਲੱਖਾਂ ਪਤੀ ਹੋ ਜੇ, ਫਿਰ ਉਹ ਕਰੋੜਾਂ ਪਤੀ ਵੱਲ ਝਾਕਦਾ ਵੀ ਇਹਦੇ ਜਿੰਨੇ ਨਹੀਂ ਮੇਰੇ ਤੋਂ ਹੈਗੇ ਅਜੇ। ਹੁਣ ਜਿਹੜੇ ਕਰੋੜਾਂ ਪਤੀ ਹੋ ਗਏ, ਉਹ ਫਿਰ ਅਰਬਾਂ ਪਤੀ ਵੱਲ ਝਾਕਦੇ ਨੇ ਵੀ ਉਹਦੇ ਜਿੰਨੇ ਸਾਡੇ ਕੋਲੇ ਨਹੀਂ ਹੈਗੇ। ਤਾਂ ਇੱਦਾਂ ਉਹਨਾਂ ਨੂੰ ਘਾਟ ਲੱਗੀ ਰਹਿੰਦੀ ਹੈ ਸਾਰੀ ਉਮਰ। ਪਰ ਇੱਕੋ ਇੱਕ ਪਰਮੇਸ਼ਰ ਕਿਹੜਾ ਹੈ, ਜਿਹਦੇ ਕੋਲੇ ਵਿਭੂਤੇ ਖਜ਼ਾਨੇ, ਵਿਭੂਤੀਆਂ ਖਜ਼ਾਨੇ, ਸਮਸਤੀ ਸਾਰੇ ਹੀ ਨੇ। ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ ਪ੍ਰਤੀਤ ਹੁੰਦੀ, ਕਿਸੇ ਚੀਜ਼ ਦੀ ਕਮੀ ਨਹੀਂ ਪ੍ਰਤੀਤ ਹੁੰਦੀ। ਉਹਨੂੰ ਸਭ ਕੁਝ ਹੀ ਵਾਹਿਗੁਰੂ ਦਾ, ਸਾਰਾ ਕੁਝ ਪਰਮੇਸ਼ਰ ਦਾ ਹੈ, ਜਿੰਨੇ ਵੀ ਖਜ਼ਾਨੇ ਨੇ। ਇਸ ਕਰਕੇ ਉਹਨੂੰ ਕਿਸੇ ਤਰ੍ਹਾਂ ਦੀ ਘਾਟ ਨਹੀਂ। ਦੁਨਿਆਵੀ ਤੌਰ ਤੇ ਦੇਖਿਆ ਜਾਵੇ ਤਾਂ ਜਿੰਨਾ ਵੀ ਪੈਸਾ ਬੰਦਿਆਂ ਤੋਂ ਹੈ, ਉਹਨਾਂ ਨੂੰ ਕੋਈ ਨਾ ਕੋਈ ਕਮੀ ਮਹਿਸੂਸ ਹੁੰਦੀ ਹੈ, ਲੋਭ ਲੱਗਾ ਰਹਿੰਦਾ ਹੈ। ਉਹਨਾਂ ਤੋਂ ਜਿੰਨਾ ਵੀ ਪੈਸਾ ਹੈ, ਉਹ ਉਹਨਾਂ ਦੇ ਵਾਸਤੇ ਫਿਰ ਵੀ ਦੁੱਖਦਾਈ ਹੀ ਬਣਦਾ ਹੈ। ਕਿਉਂਕਿ ਪੈਸਾ ਇਕੱਲਾ ਨਹੀਂ ਆਉਂਦਾ ਬੰਦੇ ਕੋਲ, ਪੈਸੇ ਦੇ ਨਾਲ ਹੋਰ ਵੀ ਬੜਾ ਕੁਝ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਜਿਹੜਾ ਦਿਖਣ ਦੇ ਵਿੱਚ ਨਹੀਂ ਹੁੰਦਾ। ਰੋਗ ਸੋਗ ਆਉਂਦੇ ਨੇ। ਉਦਾਹਰਣ ਦੇ ਤੌਰ ਤੇ ਕੇਵਲ 1 ਮਿੰਟ ਵਾਸਤੇ, ਸਮਾਪਤੀ ਦਾ ਸਮਾਂ ਹੋ ਗਿਆ, ਦੁਨੀਆ ਦੇ 8 ਬੰਦੇ ਸਭ ਤੋਂ ਅਮੀਰ, ਸਭ ਤੋਂ ਜ਼ਿਆਦਾ, ਜਿਨ੍ਹਾਂ ਕੋਲ ਅਮਰੀਕਾ ਦੀ ਗਵਰਨਮੈਂਟ ਨਾਲੋਂ ਵੀ ਵੱਧ ਪੈਸਾ ਸੀ, ਏਡੇ ਅਮੀਰ ਬੰਦੇ, ਪਰ ਮਨ ਨੂੰ ਸੰਤੋਖ ਨਹੀਂ, ਮਨ ਨੂੰ ਸ਼ਾਂਤੀ ਨਹੀਂ। ਹਰੇਕ ਦੀ ਮੌਤ ਇੱਦਾਂ ਹੋਈ, ਇੰਨੀ ਮਾੜੀ ਹੋਈ, ਤੁਸੀਂ ਹੈਰਾਨ ਹੋਵੋਗੇ। ਜਿਵੇਂ ਪਹਿਲਾ ਚਾਰਲਸ ਸ਼ਵਾਬ, ਸਟੀਲ ਕੰਪਨੀਆਂ ਦਾ ਮਾਲਕ, ਦਿਵਾਲੀਆ ਹੋ ਕੇ ਮਰਿਆ। ਦੂਜਾ ਹਾਵਰਡ ਹਬਸਨ, ਇਹ ਪਾਗਲ ਹੋ ਕੇ ਕੰਧਾਂ ਨੂੰ ਸਿਰ ਮਾਰ ਮਾਰ ਕੇ ਮਰਿਆ, ਦੁਨੀਆ ਦਾ ਸਭ ਤੋਂ ਅਮੀਰ। ਤੀਸਰਾ ਆਰਥਰ ਕਟਨ, ਅੰਨ ਦਾ ਵਪਾਰੀ, ਕਰਜ਼ਾਈ ਹੋ ਕੇ ਮਰਿਆ। ਰਿਚਰਡ ਵਿਟਨੇ, ਜੇਲ੍ਹ ਦੇ ਵਿੱਚ ਤਰਲੇ ਕਰ ਕਰਕੇ ਜ਼ਹਿਰ ਲਿਆ, ਆਤਮ ਹੱਤਿਆ ਕੀਤੀ, ਜੇਲ੍ਹ ਦੇ ਵਿੱਚ ਮਰਿਆ ਆਤਮ ਹੱਤਿਆ ਕਰਕੇ। ਐਲਬਰਟ ਫਾਲ, ਘਰ ਚੋਂ ਬਾਹਰ ਜਾਣ ਦਾ ਹੁਕਮ ਨਹੀਂ ਸੀ, ਘਰ 'ਚ ਬੰਦੀ ਰਹਿ ਕੇ ਮਰਿਆ। ਹੋਰ ਜੈਸੀ ਲੀਵਰ, ਵੱਡਾ ਖਰੀਦਦਾਰ ਸੀ ਵਾਲ ਸਟਰੀਟ ਦਾ, ਆਤਮ ਹੱਤਿਆ ਕਰਕੇ ਮਰਿਆ। ਲਿਓਨ ਫਰੇਜ਼ਰ, ਵੱਡੀਆਂ ਵੱਡੀਆਂ ਕੰਪਨੀਆਂ ਦਾ ਮਾਲਕ, ਆਤਮ ਹੱਤਿਆ ਕਰਕੇ ਮਰਿਆ। ਇਵਾਨ ਕਰੂਗਰ, ਬੈਂਕਾਂ ਦਾ ਮਾਲਕ, ਬੈਂਕਾਂ ਚੱਲਦੀਆਂ ਸੀ ਉਹਦੀਆਂ, ਆਤਮ ਹੱਤਿਆ ਕਰਕੇ ਮਰਿਆ। ਇਹ ਜਿੰਨੇ ਲੋਕ ਨੇ, ਇਹ 8 ਬੰਦੇ ਸਿਰਫ ਉਦਾਹਰਣ ਨੇ। ਦੁਨੀਆ ਦੇ ਸਭ ਤੋਂ ਅਮੀਰ, ਤੇ ਇੰਨੇ ਜ਼ਿਆਦਾ ਅਮੀਰ ਸਨ ਕਿ ਅਮਰੀਕਾ ਦੀ ਗਵਰਨਮੈਂਟ ਦੇ ਨਾਲੋਂ ਵੱਧ ਪੈਸਾ ਸੀ।
ਪਰ ਫਿਰ ਘਾਟ ਕਿਹਦੀ ਸੀ? ਕਿਹੜੀ ਚੀਜ਼ ਦੀ ਘਾਟ ਰੜਕਦੀ ਰਹੀ ਵੀ ਆਤਮ ਹੱਤਿਆ ਕਰਨੀ ਪੈ ਗਈ? ਕਿਹੜੀ ਚੀਜ਼ ਦੀ ਘਾਟ ਰੜਕਦੀ ਰਹੀ ਵੀ ਕੰਧਾਂ ਨੂੰ ਸਿਰ ਮਾਰ ਮਾਰ ਕੇ ਮਰੇ? ਤਾਂ ਹਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਮੀ ਰਹਿੰਦੀ ਹੈ। ਸੰਪੂਰਨਤਾ ਸਿਰਫ ਪਰਮੇਸ਼ਰ ਪਾਸ ਹੈ। ਇਸੇ ਕਰਕੇ ਜਦੋਂ ਸੰਤ ਕੋਈ ਜਾਂ ਚੜ੍ਹਾਈ ਕਰ ਜਾਣ ਜਾਂ ਜਿਉਂਦੇ ਹੋਣ ਕੋਈ ਪਰਮੇਸ਼ਰ ਤੱਕ ਪਹੁੰਚੇ ਹੋਣ, ਉਹਨਾਂ ਦੇ ਨਾਮ ਨਾਲ ਲਿਖ ਦਿੱਤਾ ਜਾਂਦਾ ਨਾ ਪੂਰਨ ਸੰਤ। ਪੂਰਨ ਸਿਰਫ ਉਹ ਹੀ ਹੈ, ਹੋਰ ਕੋਈ ਪੂਰਨ ਨਹੀਂ ਹੈ। ਪੂਰਨ ਉਹ ਆ ਜਿਹਨੂੰ ਪਰਮੇਸ਼ਰ ਮਿਲ ਗਿਆ। ਪਰਮੇਸ਼ਰ ਦੇ ਪਾਸ ਹੀ ਸਮਸਤੀ ਵਿਭੂਤੇ, ਸੰਪੂਰਨ ਵਿਭੂਤੀਆਂ ਦਾ ਉਹ ਮਾਲਕ ਆ, ਖਜ਼ਾਨਿਆਂ ਦਾ ਮਾਲਕ ਹੈ। ਉਹਦੀ ਪ੍ਰਾਪਤੀ ਹੋਵੇ ਤੇ ਸੰਪੂਰਨਤਾ ਹੁੰਦੀ ਹੈ, ਨਹੀਂ ਤੇ ਕਿਸੇ ਦੀ ਸੰਪੂਰਨਤਾ ਨਹੀਂ ਹੁੰਦੀ। ਭਾਵੇਂ ਸਭ ਕੁਝ ਕਮਾ ਲੇ ਤਾਂ ਵੀ ਘਾਟ ਰੜਕਦੀ ਰਹਿੰਦੀ ਹੈ। ਇਸ ਕਰਕੇ ਦਸਵੇਂ ਪਾਤਸ਼ਾਹ ਕੀ ਕਹਿੰਦੇ? ਪਰਭੰਗੀ ਪਰਮਾਥੇ ਸਮਸਤੀ ਵਿਭੂਤੇ। ਇਹ ਪਾਵਨ ਪਵਿੱਤਰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਅਨੰਗੀ ਅਨਾਮੇ ਸਮਸਤੀ ਸਰੂਪੇ, ਪਰਭੰਗੀ ਪਰਮਾਥੇ ਪਰਮਾਥੇ ਸਮਸਤੀ ਵਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।